ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆਂ ਸੋਹੀਐ, ਸਭਨਾਂ ਦਾ ਵਿਸਾਹੋ। ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਤੀਜਾ। ਵਰਨ ਰੂਪ ਵਰਤੈ ਸਭ ਤੇਰੇ, ਮਰ ਮਰ ਜੰਮਹਿ ਫੇਰ ਪਵਹਿ ਕਨੇਰੇ। ਵਰਨ ਰੂਪ ਵਰਤਹਿ ਸਭ ਤੇਰੇ, ਮਰ ਮਰ ਜੰਮਹਿ ਫੇਰ ਪਵਹਿ ਕਨੇਰੇ। ਤੂੰ ਏਕੋ ਨਿਹਚਲ ਅਗਮ ਅਪਾਰਾ, ਗੁਰਮਤੀ ਬੂਝ ਬੁਝਾਵਣਿਆ। ਹਉ ਵਾਰੀ ਜੀਉ ਵਾਰੀ, ਰਾਮ ਨਾਮ ਮਨ ਵਸਾਵਣਿਆ। ਤਿਸ ਰੂਪ ਨ ਰੇਖਿਆ ਵਰਨ ਨ ਕੋਈ, ਗੁਰਮਤੀ ਆਪ ਬੁਝਾਵਣਿਆ। ਹਉ ਵਾਰੀ ਜੀਉ ਵਾਰੀ, ਰਾਮ ਨਾਮ ਮਨ ਵਸਾਵਣਿਆ। ਤਿਸ ਰੂਪ ਨ ਰੇਖਿਆ ਵਰਨ ਨ ਕੋਈ, ਗੁਰਮਤੀ ਆਪ ਬੁਝਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ, ਆਪ ਜੀ ਬੜੇ ਹੀ ਅਦਬ ਅਤੇ ਸਤਿਕਾਰ ਦੇ ਨਾਲ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਕੇ ਧੰਨ ਦਸਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ, ਨੀਲੇ ਦੇ ਸ਼ਾਹ ਸਵਾਰ, ਅੰਮ੍ਰਿਤ ਕੇ ਦਾਤੇ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਵਿਖੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਵਡਭਾਗੇ ਹੋ। ਬਹੁਤ ਪਿਆਰ ਵਾਲੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਦੇ ਵਿੱਚ ਵੀ ਹਾਜ਼ਰੀ ਲਵਾਈ। ਆਸਾ ਕੀ ਵਾਰ ਦੇ ਕੀਰਤਨ ਗੁਰੂ ਪਿਆਰੇ ਕੀਰਤਨੀਆਂ ਨੇ
ਆਪ ਜੀ ਨੂੰ ਸਰਵਣ ਕਰਵਾਏ ਹਨ। ਆਓ ਹੁਣ ਕੁਝ ਸਮਾਂ ਆਪਣੇ ਮਨ ਨੂੰ, ਚਿੱਤ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੀ ਇਲਾਹੀ ਬਾਣੀ ਦੇ ਸ਼ਬਦ ਵਿਚਾਰ ਦੇ ਨਾਲ ਆਪਣੇ ਮਨ ਨੂੰ ਜੋੜੀਏ। ਭਾਵੇਂ ਕਿ ਅੱਜ ਗੁਰਦੁਆਰਾ ਨਾਢਾ ਸਾਹਿਬ ਵਿਖੇ ਚਾਰੇ ਪਾਸਿਆਂ ਤੋਂ, ਪੰਜਾਬ ਤੋਂ ਵੀ, ਹਰਿਆਣੇ ਤੋਂ ਵੀ, ਹਿਮਾਚਲ ਤੋਂ ਵੀ ਬਹੁਤ ਸਾਰੇ ਨੌਜਵਾਨ ਪਹੁੰਚੇ ਹੋਏ ਨੇ, ਕਿਉਂਕਿ ਪੇਪਰਾਂ ਦਾ ਜਦੋਂ ਹੁੰਦਾ ਹੈ ਚੰਡੀਗੜ੍ਹ ਵਿੱਚ, ਉਦੋਂ ਫਿਰ ਸਾਰਾ ਜ਼ੋਰ ਆ ਕੇ ਰਹਿਣ ਸਹਿਣ ਦਾ ਗੁਰਦੁਆਰਾ ਨਾਢਾ ਸਾਹਿਬ 'ਤੇ ਹੀ ਪੈਂਦਾ ਹੈ। ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਸਿੱਖ ਨੇ ਤੇ ਆਉਣਾ ਹੀ ਆਉਣਾ। ਉਹ ਬਿਨਾਂ ਤਕੱਲਫ ਬੇਝਿਜਕ ਹੋ ਕੇ ਗੁਰਦੁਆਰਾ ਸਾਹਿਬ ਆ ਜਾਂਦਾ। ਨਿਸ਼ਾਨ ਸਾਹਿਬ ਝੂਲਦਾ ਵੇਖ ਕੇ ਉਹਨੂੰ ਪਤਾ ਵੀ ਇੱਥੇ ਮੈਨੂੰ ਲੰਗਰ ਮਿਲ ਜਾਏਗਾ, ਇੱਥੇ ਰਹਿਣ ਦੇ ਲਈ ਥਾਂ ਮਿਲ ਜਾਏਗੀ। ਔਰ ਇੱਕ ਵਾਰ ਨਹੀਂ, ਇਹ ਲਗਭਗ ਇੱਕ ਅੱਧਾ ਦਿਨ ਛੱਡ ਕੇ ਦੂਜੇ ਕੁ ਦਿਨ ਦੀ ਇਹ ਖੇਡ ਹੈ। ਔਰ ਬੜੀਆਂ ਸਾਰੀਆਂ ਇੱਥੇ ਪਿਆਰੀਆਂ ਰੂਹਾਂ ਦੇ ਦਰਸ਼ਨ ਹੁੰਦੇ ਆ। ਉਹ ਬੱਚੇ ਵੀ ਪਹੁੰਚ ਜਾਂਦੇ ਆ, ਪਰ ਉਹਨਾਂ ਨੂੰ ਕਈਆਂ ਨੂੰ ਮਰਿਆਦਾ ਦੀ ਸਮਝ ਨਾ ਹੋਣ ਕਰਕੇ ਉਹ ਬਾਹਰ ਅੰਦਰ ਫੋਟੋਆਂ ਖਿੱਚਦੇ ਦੇਖੇ ਜਾਂਦੇ ਆ, ਜਾਂ ਕਈ ਵਾਰੀ ਆਪਸ ਵਿੱਚ ਗੱਲਾਂ ਬਾਤਾਂ ਕਰਦੇ। ਜਿੱਥੇ ਵੀ ਕਿਤੇ ਹੋਣ, ਉਹਨਾਂ ਨੂੰ ਪਿਆਰ ਨਾਲ ਬੇਨਤੀ ਹੈ ਕਿ ਇਕਾਗਰਤਾ ਦੇ ਨਾਲ ਗੁਰੂ ਘਰ ਵਿੱਚ ਜਿਉਂ ਆਇਆਂ ਨੂੰ ਹੈ ਤੁਹਾਡਾ, ਪਰ ਬੜੇ ਪਿਆਰ ਸਤਿਕਾਰ ਦੇ ਨਾਲ ਬੈਠਣਾ ਵੀ ਹੈ। ਇੱਥੇ ਇੱਕ ਮਰਿਆਦਾ ਹੈ, ਉਹਦਾ ਧਿਆਨ ਖਾਸ ਕਰਕੇ ਰੱਖਣਾ ਹੈ। ਸੋ ਆਓ ਹਾਜ਼ਰੀ ਲਵਾਓ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਤੀਜਾ। ਮਾਝ ਰਾਗ ਦਾ ਨਾਮ ਹੈ। ਮਹੱਲਾ ਤੀਜਾ ਤੋਂ ਭਾਵ ਤੀਸਰੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ, ਉਹਨਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਹੈ ਇਹ। ਵਰਨ ਰੂਪ ਵਰਤੈ ਸਭ ਤੇਰੇ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਜਿੰਨੇ ਵੀ ਵਰਨ ਨੇ, ਜਿੰਨੇ ਵੀ ਰੂਪ ਨੇ, ਵਰਨ ਆਸ਼ਰਮ ਸਾਧ ਸੰਗਤ, ਚਾਰ ਆਸ਼ਰਮ ਹਨ ਜਿਨ੍ਹਾਂ ਨੂੰ ਬ੍ਰਹਮਚਾਰੀ, ਗ੍ਰਸਤੀ, ਸੰਨਿਆਸੀ ਅਤੇ ਬਨਪ੍ਰਸਥ ਇਹ ਕਹਿ ਦਿੰਦੇ। ਚਾਰ ਵਰਨ ਹਨ, ਖੱਤਰੀ, ਬ੍ਰਾਹਮਣ, ਸ਼ੂਦਰ ਅਤੇ ਵੈਸ਼। ਇਹ ਸਨਾਤਨ ਮਤ ਵਿੱਚ ਹਿੰਦੂ ਲੋਕ ਇਸ ਚੀਜ਼ ਨੂੰ ਬਹੁਤ ਮੰਨਦੇ ਆ। ਮਨੂ ਸਿਮਰਤੀ ਵਿੱਚ ਦੇ ਇਹਨਾਂ ਦੇ ਵੱਖੋ ਵੱਖਰੇ ਵਿਧਾਨ ਵੀ ਦਿੱਤੇ ਆ। ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੈ ਮੇਰੇ ਵਾਹਿਗੁਰੂ, ਜਿੰਨੇ ਵੀ ਵਰਨ ਹੈ, ਚਾਰ ਵਰਨ, ਭਾਵੇਂ ਉਹ ਬ੍ਰਾਹਮਣੇ ਹੈ, ਭਾਵੇਂ ਉਹ ਖੱਤਰੀ ਹੀ ਹੈ, ਭਾਵੇਂ ਉਹ ਵੈਸ਼ ਹੈ ਜਾਂ ਸ਼ੂਦਰ ਹੀ ਕਿਉਂ ਨਹੀਂ ਹੈ, ਵਰਤੈਂ ਸਭ ਤੇਰੇ। ਸਾਰਿਆਂ 'ਚ ਤੂੰ ਵਰਤਦਾ, ਤੇਰੇ ਹੀ ਆ ਉਹ। ਗੁਰੂ ਘਰ ਵਿੱਚ ਕਿਸੇ ਨੂੰ ਗੁਰੂ ਘਰੋਂ ਧੱਕੇ ਮਾਰ ਕੇ ਨਹੀਂ ਕੱਢ ਦਿੱਤਾ ਜਾਂਦਾ। ਇਸ ਕਰਕੇ ਨਹੀਂ ਕੱਢ ਦਿੱਤਾ ਜਾਂਦਾ ਕਿ ਤੇਰੀ ਜਾਤ ਨੀਵੀਂ ਹੈ। ਕੋਈ ਗਲਤੀ ਕਰਦਾ ਹੋਵੇ, ਕੋਈ ਚੋਰੀ ਕਰਦਾ ਹੋਵੇ, ਕੋਈ ਹੋਰ ਗੁਨਾਹ ਹੋਵੇ, ਕੋਈ ਬੇਅਦਬੀ ਕਰਦਾ ਹੋਵੇ, ਉਹ ਇੱਕ ਵੱਖਰਾ ਸਬਜੈਕਟ ਹੈ, ਵਿਸ਼ਾ ਹੈ। ਪਰ ਕਿਸੇ ਨੂੰ ਕਿਸੇ ਦੀ ਜਾਤੀ ਕਰਕੇ, ਵਿਸ਼ੇਸ਼ ਕਰਕੇ ਕਮੈਂਟ ਨਹੀਂ ਕੀਤਾ ਜਾਂਦਾ ਹੈ। ਔਰ ਨਾ ਹੀ ਉਸ ਨੂੰ ਗੁਰੂ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ ਜਾਂਦਾ ਹੈ, ਜਿਵੇਂ ਭਗਤ ਨਾਮਦੇਵ ਨੂੰ ਕਦੇ ਧੱਕੇ ਮਾਰ ਕੇ ਮੰਦਿਰ 'ਚੋਂ ਕੱਢ ਦਿੱਤਾ ਗਿਆ ਸੀ, ਕੱਢਿਆ ਗਿਆ। ਉਹਨਾਂ ਆਪਣੀ ਬਾਣੀ 'ਚ ਲਿਖਿਆ, ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਹਿੰਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਭਗਤ ਨਾਮਦੇਵ ਜੀ ਨੂੰ ਕੇਵਲ ਇਸੇ ਗੱਲ ਕਰਕੇ ਮੰਦਿਰ 'ਚੋਂ ਟੱਲੀਆਂ ਖੜਕਾਉਂਦੇ ਨੂੰ ਉਠਾ ਕੇ ਧੱਕੇ ਮਾਰ ਕੇ ਕੱਢਿਆ ਗਿਆ। ਤੇਰੀ ਜਾਤ ਹੀਣੀ ਹੈ ਤੇ ਛੀਂਬਿਆਂ ਦੇ ਘਰ ਦਾ ਤੇਰਾ ਜਨਮ ਹੈ। ਜਾ ਤੂੰ ਮੰਦਿਰ ਵਿੱਚ ਭਗਤੀ ਨਹੀਂ ਕਰ ਸਕਦਾ, ਆਰਤੀ ਨਹੀਂ ਕਰ ਸਕਦਾ, ਉਹਦੀ ਉਸਤਤੀ ਕੀਰਤਨ ਨਹੀਂ ਕਰ ਸਕਦਾ। ਐਸਾ ਨਹੀਂ।
ਗੁਰੂ ਘਰ ਦੇ ਅੰਦਰ ਵਰਨ ਰੂਪ ਵਰਤੈ ਸਭ ਤੇਰੇ, ਚਾਰੇ ਵਰਨਾਂ ਚੋਂ ਜਿਹਦੇ ਨਾਲ ਸਭ ਤੋਂ ਵੱਧ ਧੱਕਾ ਹੋਇਆ ਉਹ ਸੀ ਸ਼ੂਦਰ ਤਬਕਾ। ਉਹਨਾਂ ਨੂੰ ਵੀ ਕੱਢਿਆ ਨਹੀਂ ਜਾਂਦਾ। ਜੇ ਇੱਥੇ ਕੋਈ ਬ੍ਰਾਹਮਣ ਵੀ ਆ ਜਾਏ ਤੇ ਬ੍ਰਾਹਮਣ ਨਾਲ ਵੀ ਨਫ਼ਰਤ ਨਹੀਂ ਕੀਤੀ ਜਾਂਦੀ। ਆਮ ਲੋਕਾਂ ਦੇ ਸੁਭਾਅ ਹੁੰਦੇ ਆ ਕਿ ਨਫ਼ਰਤ ਪਾਲ ਬਹਿੰਦੇ ਆ ਕਿ ਇਹਨਾਂ ਦੇ ਬਜ਼ੁਰਗਿਆਂ ਨੇ, ਇਹਨਾਂ ਦੇ ਵੱਡੇ ਵਡੇਰਿਆਂ ਨੇ ਜਾਂ ਬ੍ਰਾਹਮਣਾਂ ਨੇ ਸਾਡੇ ਨਾਲ ਬੜਾ ਧੱਕਾ ਕੀਤਾ, ਆਹ ਕੀਤਾ, ਵਾਹ ਕੀਤਾ। ਨਹੀਂ, ਕੋਈ ਨਿਮਰਤਾ ਨਾਲ, ਪ੍ਰੇਮ ਨਾਲ, ਸ਼ਰਧਾ ਨਾਲ ਗੁਰੂ ਘਰ ਬ੍ਰਾਹਮਣ ਵੀ ਆ ਜਾਏ ਉਹਦਾ ਵੀ ਸਤਿਕਾਰ ਹੈ। ਮਹਾਰਾਜ ਕਹਿੰਦੇ ਵਰਨ ਰੂਪ, ਇਹ ਜਿਹੜੇ ਵਰਨ ਰੂਪ ਹੈ ਨਾ ਜਾਂ ਵਰਨ ਬਣਾਏ ਆ ਜਾਂ ਇਹਨਾਂ ਦੇ ਵੱਖੋ ਵੱਖਰੇ ਰੂਪ ਹਨ। ਹਰੇਕ ਵਰਨ ਦੇ ਵੱਖੋ ਵੱਖਰੇ ਰੂਪ ਹਨ, ਵੇਸ਼ ਹਨ। ਕੋਈ ਧੋਤੀ ਲਗਾਉਂਦਾ ਹੈ, ਕੋਈ ਟਿੱਕਾ ਲਗਾਉਂਦਾ ਹੈ, ਕੋਈ ਕਿਸੇ ਰੂਪ ਦਾ ਹੈ, ਕੋਈ ਕਿਸੇ ਰੂਪ ਦਾ ਹੈ। ਜਾਂ ਆਹ ਕੰਮ ਦੇ ਹਿਸਾਬ ਨਾਲ ਬੰਦਿਆਂ ਦੇ ਚੰਮ ਦਾ ਵੀ ਰੂਪ ਦਾ ਫਰਕ ਪੈ ਜਾਂਦਾ ਹੈ। ਜਿਹੜੇ ਲੋਕਾਂ ਨੇ ਪੀੜ੍ਹੀਆਂ ਦਰ ਪੀੜ੍ਹੀਆਂ ਦੁੱਖ ਝੱਲੇ, ਤਕਲੀਫਾਂ ਚੱਲੀਆਂ, ਜਿਨ੍ਹਾਂ ਨੂੰ ਸਖਤ ਮਿਹਨਤਾਂ ਕਰਨੀਆਂ ਪਈਆਂ ਔਰ ਕਰਵਾਈਆਂ ਧੱਕੇ ਨਾਲ, ਡੰਡੇ ਦੇ ਜ਼ੋਰ ਨਾਲ, ਲਾਹਣਤਾਂ ਝੱਲਣੀਆਂ ਪਈਆਂ, ਜ਼ਿੰਦਗੀ ਜਿਨ੍ਹਾਂ ਦੇ ਵਾਸਤੇ ਦੁੱਖ ਰੂਪ ਬਣ ਗਈ ਸੀ, ਉਹਨਾਂ ਦੀਆਂ ਪੀੜ੍ਹੀਆਂ ਦੇ ਉੱਤੇ ਮਾਨਸਿਕ ਤੌਰ 'ਤੇ ਅਸਰ ਰਹਿੰਦਾ ਹੈ। ਅੱਜ ਅਸੀਂ ਕਈ ਵਾਰੀ ਗੱਲ ਕਰਦੇ ਹਾਂ, ਜਿਹੜੇ ਆਪਾਂ ਜਰਨਲ ਕੋਟੇ ਵਾਲੇ ਹਾਂ, ਆਪਾਂ ਕਈ ਵਾਰੀ ਕਹਿੰਦੇ ਹਾਂ, ਪਰ ਜਦੋਂ ਕਿਤੇ ਆਪਾਂ ਇਸ ਚੀਜ਼ ਨੂੰ ਵੇਖਾਂਗੇ ਤੇ ਉਹ ਸੱਚ ਜਾਣਿਓ ਉਸ ਚੀਜ਼ ਦਾ ਅਸਰ ਲੰਮੇਰਾ ਚੱਲਦਾ ਹੈ। ਇੱਕ ਪੀੜ੍ਹੀ ਨਹੀਂ, ਪੀੜ੍ਹੀ ਦਰ ਪੀੜ੍ਹੀ ਬੜਾ ਲੰਮਾ, ਜਿਸ ਦੇ ਉੱਤੇ ਜਿਸ ਨੇ ਦੁੱਖ ਚੱਲਿਆ ਹੋਵੇ ਉਸ ਦੀ ਅੱਗੇ ਕਈ ਪੀੜ੍ਹੀਆਂ ਤੱਕ ਉਹਦੀ ਸੰਤਾਨ ਦੇ ਉੱਤੇ ਉਹਦਾ ਅਸਰ ਰਹਿਣਾ ਲਾਜ਼ਮੀ ਹੈ, ਭਾਵੇਂ ਦਿਸੇ ਭਾਵੇਂ ਨਾ। ਉਦਾਹਰਨ ਮਾਤਰ ਜਿਵੇਂ ਇੱਕ ਬੀਜ ਤੁਸੀਂ ਵੇਖਦੇ ਹੋ ਦੁਕਾਨ ਦੇ ਉੱਤੇ ਪਿਆ, ਲਿਫਾਫੇ ਵਿੱਚ ਪਿਆ, ਉਹ ਬੀਜ ਨੂੰ ਵੇਖ ਕੇ ਭਾਵੇਂ ਬਾਹਰੋਂ ਕੁਛ ਵੀ ਨਾ ਦਿਸੇ, ਪਰ ਜਦੋਂ ਉਹਨੂੰ ਬੀਜੋਗੇ, ਧਰਤੀ ਦੇ ਵਿੱਚ ਆਬੋ ਹਵਾ ਦਿਓਗੇ ਉਸ ਤਰੀਕੇ ਦੀ, ਤਾਂ ਉਹਦੇ ਬੀਜ ਦੇ ਵਿੱਚ ਜਿਹੜਾ ਦਰਖਤ ਪਿਆ ਉਹ ਉੱਗ ਜਾਏਗਾ, ਉਹਦੀ ਸੰਭਾਵਨਾ ਹੁੰਦੀ ਹੈ। ਨਿੰਮ ਦੇ ਬੀਜ 'ਚੋਂ ਨਿੰਮ ਉੱਗੇਗਾ, ਹੋਰ ਦੇ ਵਿੱਚੋਂ ਬੋਹੜ ਦੇ ਵਿੱਚੋਂ ਬੋਹੜ ਉੱਗੇਗਾ। ਇਹ ਬੀਜ ਦੇ ਵਿੱਚ ਵੀ ਇੱਕ ਬੀਜ ਨੂੰ ਵੀ ਪਤਾ ਹੈ ਕਿ ਉਹ ਕਿੱਥੋਂ ਆਇਆ, ਉਹਦਾ ਮੂਲ ਕੀ ਹੈ ਅਤੇ ਉਹਨੇ ਬਣਨਾ ਕੀ ਹੈ। ਉਸ ਤਰੀਕੇ ਇਹ ਮਨੁੱਖੀ ਮਨੋਂ ਹੈ ਨਾ, ਜਿਹੜਾ ਮਨੁੱਖੀ ਮਨ ਅੰਤਹਿਕਰਨ, ਇਹ ਅੱਗੇ ਦੀ ਅੱਗੇ ਫਿਰ ਹੌਲੀ ਹੌਲੀ ਅਸਰ ਕਬੂਲਦਾ ਹੀ ਕਬੂਲਦਾ। ਬੜਾ ਸਮਾਂ ਪਾ ਕੇ ਜਦੋਂ ਮਾਨਸਿਕਤਾ ਇੱਕ ਪੀੜ੍ਹੀ ਦੀ ਬਦਲ ਜਾਏ, ਫਿਰ ਦੂਜੀ ਦੀ ਬਦਲ ਜਾਏ, ਫਿਰ ਅੰਦਰੋਂ ਵਿਸ਼ਵਾਸ ਬਣ ਜਾਏ, ਫਿਰ ਕਦੇ ਜਾ ਕੇ ਇਹ ਚੀਜ਼ਾਂ ਬਦਲ ਜਾਂਦੀਆਂ ਹਨ। ਪਰ ਇੱਕੋ ਇੱਕ ਗੁਰੂ ਨਾਨਕ ਦਾ ਘਰ ਹੈ ਜਿੱਥੇ ਵਿਤਕਰਾ ਹੀ ਨਹੀਂ ਕੀਤਾ ਜਾਂਦਾ, ਰੂਪ ਦਾ ਵੀ ਨਹੀਂ ਕੀਤਾ ਜਾਂਦਾ। ਕੰਮਾਂ ਕਾਰਾਂ ਕਰਕੇ, ਪੀੜ੍ਹੀਆਂ ਦਰ ਪੀੜ੍ਹੀਆਂ ਕਰਕੇ ਬੰਦਿਆਂ ਦੇ ਰੂਪ 'ਤੇ ਵੀ ਫਰਕ ਪੈ ਜਾਂਦਾ ਹੈ। ਕਈਆਂ ਦੇ ਰੂਪ ਐਸੇ ਹੋਣਗੇ ਬੜੇ ਸੁੰਦਰ, ਕਈਆਂ ਦੇ ਐਸੇ ਹੋਣਗੇ ਵੇਖਣ ਨੂੰ ਹੋਰ ਤਰ੍ਹਾਂ ਦਾ ਹੀ ਚਿਹਰਾ ਹੋਏਗਾ, ਹੱਥ ਫਟੇ ਹੋਣਗੇ, ਏਡੀਆਂ ਫਟੀਆਂ ਹੋਣਗੀਆਂ, ਬੜਾ ਉਹ ਰੂਪ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ, ਹੈ ਮੇਰੇ ਵਾਹਿਗੁਰੂ, ਜਿੰਨੇ ਵੀ ਰੂਪ ਨੇ ਜਾਂ ਜਿਹੜਾ ਵੀ ਵਰਨ ਹੈ, ਵਰਤ ਹੈ ਸਭ ਤੇਰੇ। ਇਹ ਜਿਹੜੇ ਵਰਤ ਰਹੇ ਹੈ ਇਹ ਸਾਰੇ ਤੇਰੇ ਹੀ ਹੈ, ਇਹ ਤੇਰੇ ਹੀ ਹੈ, ਤੇਰੇ ਤੋਂ ਬਾਹਰ ਨਹੀਂ। ਤੂੰ ਇਹਨਾਂ ਤੋਂ ਬਾਹਰ ਨਹੀਂ, ਤੂੰ ਉਹਨਾਂ ਕਾ ਤੇਰੇ ਹੋਏ, ਤੂੰ ਇਹਨਾਂ ਦਾ ਹੈ, ਇਹ ਤੇਰੇ ਹੈ। ਗੁਰੂ ਅਮਰਦਾਸ ਜੀ ਕਹਿੰਦੇ ਇਹ ਵਰਤ ਰਹੇ ਆਪੋ ਆਪਣੇ ਕੰਮਾਂ 'ਚ, ਪਰ ਗੁਰੂ ਨੇ ਤਾਂ ਆਪਣਾ ਇੰਨਾ ਬਣਾਇਆ, ਪਰਮੇਸ਼ਰ ਨੂੰ ਦੱਸਿਆ ਇਨਸਾਨਾਂ ਨੂੰ ਕਿ ਉਹ ਵਾਹਿਗੁਰੂ ਸਭ ਦਾ ਸਾਂਝਾ ਹੈ। ਭਾਈ ਗੁਰਮੁਖੋ, ਕਿਸੇ ਵੀ ਵਰਨ ਦਾ, ਕਿਸੇ ਵੀ ਜਾਤੀ ਦਾ, ਕਿਸੇ ਵੀ ਰੂਪ ਰੰਗ ਦਾ ਇਨਸਾਨ ਹੈ, ਉਹ ਪਰਮੇਸ਼ਰ ਵਾਹਿਗੁਰੂ ਸਭ ਦਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ।
एक पिता एक सके हम बारिक, तू मेरा गुरहाई, ये समझाया। पर जेकर इंसान ਉਹਦੇ ਨਾਲ नहीं जुड़ता, इस गल नूं कोई इंसान नहीं समझ पाਉਂਦਾ। ਅੱਜ ज़्यादातर घट्टो घट्ट पंजाब, हरियाणा, हिमाचल विच इस गल्लों सुख है कि इत्थे ज़्यादातर किसी नूं रोकिया नहीं जाता, कोई भगती भजन कोई भी कर सकता है। कोई शूद्र है, कोई वैश्य है, कोई खत्री है, कोई ब्राह्मण है, किसी नूं रोकिया नहीं जाता। पर ना रोके जाण दे बावजूद भी अज किन्ने कुछ वेखदे हां असीं इधर नूं जुड़दे आ, बड़े घट है। झगड़े जरूर पाई जाते हैं कि साडा फलाना भगत होया, साडा फलाना भगत होया, साडा वो बाबा होया, ये शहीद होया, ये संत होया। आप मनना नहीं उन्हां दी गल नूं। पर वो भी समा सी जिस वेले परमात्मा का नाम लैण वाले दे विरोध विच हो जाते सन पूरे ब्राह्मण। भगत कबीर जी, बाबा कबीर जी कहते जात जुलाहा मत का तीर, कहते मेरी जात जुलाहा सी, लोकी हसदे सन। कबीर मेरी जात को सब को हसने हार, हासा करते सन। ते कबीर नूं कहते सन तैनूं अधिकार ही नहीं, तू गुरमंत्र ले लेंगा। देखो किते पढ़ो भाई गुरदास साहब नूं किन्नी मेहनत नाल मशक्कत नाल उस रब दे प्यारे ने गुरमंत्र हासिल किया भगत रामानंद तो। भाई गुरदास जी कहंदे होए बरकत बनारसी, रहिंदा रामानंद गुसाई, अमृत वेला उठ के जांदा गंगा नहावन ताई, अगों ही दे जाए कै लम्मा पया कबीर तिथाई। अमृत वेले भगत रामानंद जी गंगा इशनान करन जाते सन। रात नूं अमृत वेले जदों भगत रामानंद जी इशनान करन जा रहे सन, रस्ते विच भगत कबीर जी लेट गए। रस्ते विच जदों इशनान करन जा रहे सन, उन्हां दे चरनां दे विच लेटे ते उन्हां दे किते ठोकर वज गई। उन्हां आख्या राम, क्या राम कहो सुत्ता पिया, उठ रब रब कर। उत्थे ही चरण पकड़ ले, हे महाराज ये मेरा गुरमंत्र हो गया। दिन दे विच ते कोई नेड़े नहीं सी जाण दिंदा। वो भावें ब्रह्म ਗਿਆਨੀ तत्वेते सन, पर आले दाले दे जिहड़े लोग सन वो नहीं सन नेड़े लगन दिंदे। उस समय दा माहौल सी ते किन्ने औखे तरीके उन्हां गुरमंत्र हासिल कीता ते साध संगत किड्डी वड्डी उन्हां दी फिर बंदगी हुई। कबीर जी दे अगे सारी दुनिया झुकी ना। हर कै नाम कबीर उजागर बाणी च लिखिया, जन्म जन्म के फाटे कागर। परमेश्वर के नाम के नाल एडा प्रसिद्ध कबीर हो गया। फिर भगत रविदास जी का जीवन पढ़ के वेखो कि कुछ नहीं किया पंडितां ने उन्हां दे नाल। उन्हां जिहड़ा मंदिर बनाया सी वो भी बंद कराउण लई आ गए सन पंडित। जदों जोर ना चलिया राजे दे पेश हो गए। इत्थे तक गल आख दित्ती, कहंदे लओ जी जे इन्हां च ताकत है तो आवाज़ मार के मूर्तियां नूं आवाज़ मार लैण। किद्दां दीयां गल्लां कीतियां गईयां उन्हां नाल। पर उन्हां इस गल दा शिकवा भी नहीं कीता कि मेरी नीवी जात है। उन्हें ऐलानी आख्या नागर जना मेरी जात बख्यात चमारंग। ये लोगों कहते मेरी जात चम्यार है। लै भगत रविदास जी ने आप आखी। अज तो जे किसी तुसी कह दो तो मान हानि का केस पक्का ही पिया अगले ते भगत रविदास जी कहते लो ये कि मान हानि हो गई, मेरी अपनी मैं कहना ये गल मेरी जात है। हृदय गोबिंद ज्ञान गुण सारंग। वो कहते मेरे हिरदे दे विच परमेश्वर वस गया। भाई गुरदास जी कहते भगत भगत कर वज्या चौचक्कां दे विच चमरेटा। कहते चम दा करन वाला चमरटा। भगत भगत भगती करके भगत भगत लोकी कहन लग पे। तो देखो किन्ने औखे वेले सन, उन्हां दे बावजूद भी उन्हां गुरु क्या लाला ने प्यारियां ने परमेश्वर दियां ने इन्नी भगती बंदगी साधना की
ਅੱਜ ਕੋਈ ਰੋਕਦਾ ਵੀ ਨਹੀਂ। ਅੱਜ ਤੁਹਾਡੇ ਆਪਣੀਆਂ ਪ੍ਰਬੰਧਕ ਕਮੇਟੀਆਂ ਨੇ, ਆਪਣੇ ਗੁਰਦੁਆਰੇ ਹੈ, ਆਪਣੇ ਤੁਹਾਡੇ ਪ੍ਰਧਾਨ ਮੈਂਬਰ ਹੈ, ਅਹੁਦੇਦਾਰ ਹੈ, ਪਰ ਫਿਰ ਵੀ ਅੱਜ ਅਸੀਂ ਗੁਰੂ ਘਰ ਨੂੰ ਛੱਡ ਕੇ ਹੋਰ ਡੇਰਿਆਂ 'ਤੇ ਜਾਂ ਬਾਬਿਆਂ ਦੇ ਪਿੱਛੇ ਤੁਰੇ ਫਿਰਦੇ ਹਾਂ। ਅਤੇ ਫਿਰ ਇਹ ਆਪਣੇ ਆਪ ਨੂੰ ਸੋਚਣ ਵਾਲੀ ਗੱਲ ਹੈ ਕਿ ਅਸੀਂ ਕਰ ਕੀ ਰਹੇ ਹਾਂ। ਗੁਰੂ ਘਰ ਨੇ ਵਿਤਕਰਾ ਨਹੀਂ ਕੀਤਾ। ਗੁਰੂ ਘਰ ਨੇ ਆਖਿਆ ਵਰਨ ਰੂਪ ਵਰਤੈ ਸਭ ਤੇਰੇ। हे ਮੇਰੇ ਮਾਲਕ, ਜਿੰਨੇ ਵੀ 4 ਵਰਨ ਹੈ, 4 ਆਸ਼ਰਮ ਹੈ, ਵਰਨਾਂ ਦੇ ਲੋਕਾਂ ਦੇ ਜਿਹੜੇ ਰੂਪ ਰੰਗ ਹੈ, ਇਹ ਵਰਤ ਰਹੇ ਆ ਭਾਵੇਂ ਆਪਣੀ ਮਨ ਮਰਜ਼ੀ ਨਾਲ, ਪਰ ਹੈਗੇ ਤੇਰੇ ਆ ਇਹ। ਹੁਣ ਆਪਣੀ ਮਨ ਦੀ ਮਰਜ਼ੀ ਨਾਲ ਵਰਤ ਰਹੇ ਆ, ਗੁਰੂ ਦੀ ਗੱਲ ਮੰਨ ਨਹੀਂ ਰਹੇ, ਉਹਦਾ ਫਿਰ ਅਸਰ ਵੱਖਰਾ ਹੈ। ਕਹਿੰਦੇ ਮਰ ਮਰ ਜੰਮੈ ਫੇਰ ਪਵੈ ਘਨੇਰੇ। ਹੁਣ ਅਗਲੀ ਪੰਕਤੀ 'ਚ ਆਪਣੇ ਬਣਾ ਲਿਆ ਹੈ ਤੇਰੇ ਹੈ, ਪਰ ਤੈਨੂੰ ਇਹ ਮੰਨਦੇ ਨਹੀਂ ਆਪਣਾ। ਫਿਰ ਕੀ ਕਹਿੰਦੇ ਮਰ ਮਰ ਜੰਮੈ। ਕਹਿੰਦੇ ਲੈ ਜਾਓ ਆਪਣਾ ਮਹਾਰਾਜ ਦਾ ਸਰੂਪ ਚੁੱਕ ਕੇ ਇੱਥੋਂ, ਅਸੀਂ ਤੇ ਫਲਾਣੀ ਬਾਣੀ ਪ੍ਰਕਾਸ਼ ਕਰ ਲਵਾਂਗੇ। ਲੈ ਜਾਓ ਨਿਸ਼ਾਨ ਸਾਹਿਬ ਲਾ ਕੇ ਇੱਥੋਂ, ਅਸੀਂ ਤੇ ਆਪਣਾ ਮੋਰ ਖੰਭ ਲਾ ਲਵਾਂਗੇ। ਇਹ ਫਿਰ ਮਾੜੀ ਗੱਲ ਹੋ ਗਈ। ਇਉਂ ਨਹੀਂ, ਇਹ ਤਾਂ ਆਪਣੇ ਦਾਤੇ ਤੋਂ ਅਕਿਰਤ ਕਣ ਹੋਣਾ ਹੈ, ਜਿਹਨੇ ਆਪਣੇ ਲਈ ਸਿਰ ਦਿੱਤੇ, ਗਿਣਤੀ ਵੀ ਨਹੀਂ ਗਿਣੀ। ਆਪਣਾ ਇੱਕ ਇੱਕ ਸਾਹ ਜਿਹਨੇ ਲੇਖੇ ਲਾਇਆ, ਰਾਜਿਆਂ ਦੇ ਨਾਲ ਜਿਹਨੇ ਬੈਰ ਪਾ ਲਿਆ ਅਤੇ ਆਖਿਆ ਇਹਨ ਗਰੀਬ ਸਿੱਖਣ ਕੋ ਦੇਹੂੰ ਪਾਤਸ਼ਾਹੀ। ਰਾਜੇ ਕੀ ਕਹਿੰਦੇ ਸਨ? ਪਹਾੜੀ ਰਾਜੇ। ਉਹਨਾਂ ਨੇ ਸ਼ਬਦ ਜਿਹੜੇ ਵਰਤੇ ਸਨ ਇਤਿਹਾਸ 'ਚ ਲਿਖੇ ਹੋਏ ਆ। ਅੱਜ ਤੇ ਕਿਸੇ ਨੂੰ ਤੁਸੀਂ ਇੱਦਾਂ ਜਾਤੀ ਸੂਚਕ ਕੋਈ ਸ਼ਬਦ ਵਰਤ ਦੋ ਨਾ, ਵੀ ਇਹ ਚੂੜਾ ਜੀ, ਚਮਾਰ ਹੈ ਜੀ, ਕੇਸ ਬਣਦਾ, ਨਰਾਦਰੀ ਮੰਨੀ ਜਾਂਦੀ ਹੈ। ਪਰ ਉਸ ਸਮੇਂ ਦੇ ਰਾਜਿਆਂ ਨੇ ਆਖੀ ਸੀ ਇਹ ਗੱਲ ਕਿ ਅਸੀਂ ਇਹਨਾਂ ਨਾਲ ਅੰਮ੍ਰਿਤ ਛਕਾਂਗੇ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਆਖਿਆ ਸੀ, ਉਹ ਮੂੰਹ ਸੰਭਾਲ ਕੇ ਬੋਲੋ ਰਾਜਿਓ, ਇਹ ਤੁਹਾਨੂੰ ਇਹ ਨੀਵੇਂ ਲੱਗਦੇ ਆ, ਮੇਰੇ ਲਾਲ ਨੇ ਇਹ, ਮੈਂ ਇਹਨਾਂ ਨੂੰ ਰਾਜੇ ਬਣਾਉਣਾ। ਕਿਹੜਾ ਖੜਿਆ ਅੱਜ ਤੱਕ ਦਾ ਕੋਈ ਪੀਰ ਪੈਗੰਬਰ ਅਵਤਾਰ? ਅਗਲਾ ਜਾਂਦਾ ਸੀ, ਅਗਲਾ ਕਹਿੰਦਾ ਸੀ ਇਹਨਾਂ ਨੇ ਕਿਹੜਾ ਗੋਲਕਾਂ ਭਰਨੀਆਂ ਨੇ, ਇਹ ਤਾਂ ਵਿਚਾਰੇ ਲੋੜਵੰਦ ਨੇ, ਇਹ ਤਾਂ 2 ਵਕਤ ਦੀ ਰੋਟੀ ਕੁੜਤੇ ਦੇ ਉੱਤੇ ਕੰਮ ਕਰਨ ਵਾਲੇ ਲੋਕ ਹੈ ਇਹ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹਾਦਰ ਬਣਾਏ ਅਤੇ ਕਹਿੰਦੇ ਜੀ ਅੰਮ੍ਰਿਤ ਛਕਾਣਾ ਸਾਨੂੰ ਵੱਖਰਾ ਛਕਾ ਦਿਓ, ਇਹਨਾਂ ਨਾਲ ਨਹੀਂ ਛਕਣਾ। ਰਾਜੇ ਕਹਿੰਦੇ ਇੱਦਾਂ ਜਾਤੀ ਸੂਚਕ ਸ਼ਬਦ ਉਹਨਾਂ ਨੇ ਵਰਤੇ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਿਤਨਾਮੇ ਵਿੱਚ ਵਚਨ ਕੀਤੇ ਆ। ਕਹਿੰਦੇ ਮੇਰਾ ਸਿੱਖ ਹੋ ਕੇ ਕਿਸੇ ਦੀ ਜਾਤ ਨਹੀਂ ਪੁੱਛੇਗਾ। ਪੰਥਕ ਤੌਰ 'ਤੇ ਰਹਿਤਨਾਮਿਆਂ 'ਚ ਬੋਲ ਆਉਂਦੇ ਆ, ਅੰਮ੍ਰਿਤ ਕੋ ਪਾਣੀ ਕਹੈ ਸਿੱਖ ਕੀ ਪੁੱਛੈ ਜਾਤ। ਅੰਮ੍ਰਿਤ ਨੂੰ ਕਹਿਣਾ ਤੇ ਪਾਣੀਓ ਹੈ, ਅਤੇ ਸਿੱਖ ਨੂੰ ਕਹਿ ਦੇਣਾ ਇਹਦੀ ਜਾਤ ਕੀ ਹੈ, ਕਿਹੜੀ ਜਾਤ ਦਾ ਨੀਵਾਂ ਕਿ ਉੱਚਾ ਹੈ। ਅਤੇ ਕਹਿੰਦੇ ਮੇਰਾ ਦਰਸ਼ਨ ਨਾਹੀਂ ਤਿਸ ਸਿੱਧਾ ਨਰਕੈ ਜਾਤ। ਕਹਿੰਦੇ ਉਹ ਨਰਕਾਂ ਨੂੰ ਜਾਊਗਾ, ਮੇਰਾ ਸਿੱਖ ਨਹੀਂ ਹੋ ਸਕਦਾ, ਮੇਰੇ ਨੇੜੇ ਨਹੀਂ ਲੱਗ ਸਕਦਾ। ਕਿੱਡਾ ਵੱਡਾ ਪਿਆਰ, ਗਲਵੱਕੜੀ, ਕਿੱਡੇ ਕਲਾਮੇ ਵਿੱਚ ਸਭ ਨੂੰ ਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਔਰ ਬਚਨ ਕੀਤਾ ਇਨ ਗਰੀਬ ਸਿੱਖਣ ਕੋ ਦੇਊ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ। ਕਹਿੰਦੇ ਇਹਨਾਂ ਨੂੰ ਪਾਤਸ਼ਾਹਤ ਦਿਆਂਗੇ ਅਤੇ ਯਾਦ ਰੱਖਣਗੇ। ਜਿਨ੍ਹਾਂ ਨੂੰ ਨੀਵੇਂ ਕਹਿੰਦੇ ਸਨ, ਉਹ ਕੋਈ ਭੁਲੇਖੇ 'ਚ ਨਾ ਰਵੇ ਕਿਤੇ। ਅੱਜ ਰੌਲਾ ਜਿਹਾ ਇਹ ਵੀ ਪਾਈ ਜਾਂਦਾ ਕਿ ਹਰੇਕ ਗੱਲ ਵਿੱਚ ਜੱਟ ਇਉਂ ਕਰਦਾ, ਜੱਟ ਇਉਂ ਕਰਦਾ। ਕਦੇ ਪੜ੍ਹ ਕੇ ਵੇਖਿਓ, ਜੱਟ ਨੂੰ ਵੀ ਸ਼ੂਦਰੇ ਸਮਝਦੇ ਸਨ ਬ੍ਰਾਹਮਣ ਲੋਕ। ਇਹਨੂੰ ਕੋਈ ਬਹੁਤਾ ਉੱਚਾ ਨਹੀਂ ਸੀ ਸਮਝਦੇ ਵੀ ਕਿਤੇ ਭੁਲੇਖੇ ਵਿੱਚ ਰਹੀਏ ਅਸੀਂ ਕਿ ਅਸੀਂ ਤਾਂ ਜੀ ਇਸ ਜਾਤ ਨਾਲ ਸੰਬੰਧਿਤ। ਤਾਂ ਉਹਨਾਂ ਦੀ ਨਜ਼ਰ 'ਚ ਜੱਟ ਵੀ ਸ਼ੂਦਰ ਸੀ। ਉਹਨਾਂ ਦੀ ਨਜ਼ਰ ਦੇ ਵਿੱਚ ਜੁਲਾਹਾ ਵੀ ਸ਼ੂਦਰ ਸੀ। ਉਹਨਾਂ ਦੀ ਨਜ਼ਰ ਦੇ ਵਿੱਚ ਭਗਤ ਰਵਿਦਾਸ ਜੀ ਜਿਸ ਜਾਤੀ ਨਾਲ ਸੰਬੰਧ ਰੱਖਦੇ ਸੀ ਉਹ ਵੀ ਸ਼ੂਦਰ ਸੀ। ਅਤੇ ਬਾਕੀ ਦੇ ਤਾਂ ਜਿੰਨੇ ਵੀ ਆਉਂਦੇ ਘੁਮਿਆਰ ਬਰਾਦਰੀ ਨਾਲ ਜਾਂ ਹੋਰ ਸਾਰੇ ਹੀ ਉਹ ਸ਼ੂਦਰ ਸਮਝਦੇ ਸਨ। ਇਹ ਤਾਂ ਅਸੀਂ ਹੁਣ ਆਪਸ ਦੇ ਵਿੱਚ ਵੰਡੀਆਂ ਪਾਈ ਬੈਠੇ ਹਾਂ। ਪਰ ਇੰਨਾ ਪਿਆਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਆ, ਸਾਰਿਆਂ ਨੂੰ ਇੱਕ ਕਰ ਦਿੱਤਾ। ਇੱਕ ਖੰਡੇ ਦੇ ਨਾਲ ਅੰਮ੍ਰਿਤ ਤਿਆਰ ਕਰਕੇ ਬਾਟੇ ਵਿੱਚ ਛਕਾ ਦਿੱਤਾ 5 ਪਿਆਰਿਆਂ ਵਿੱਚੋਂ। ਭਾਵੇਂ ਕੋਈ ਖੱਤਰੀ ਹੈ, ਭਾਵੇਂ ਕੋਈ ਝੀਵਰ ਹੈ, ਭਾਵੇਂ ਕੋਈ ਜ਼ਿਮੀਂਦਾਰ ਹੈ, ਭਾਵੇਂ ਕੋਈ ਨਾਈ ਹੈ,
ਭਾਵੇਂ ਕੋਈ ਛਿੰਬ ਹੈ, ਪੰਜ ਪਿਆਰਿਆਂ ਦੀ ਜਾਤ ਨਹੀਂ ਮੰਨੀ ਜਾਂਦੀ। ਪਰ ਜੇ ਪਿਛਲੀ ਬਰਾਦਰੀ ਦੀ ਗੱਲ ਕਰੀਏ, ਭਾਵੇਂ ਕੋਈ ਬ੍ਰਾਹਮਣ ਹੈ, ਜੱਟ ਹੈ, ਛਿੰਬ ਹੈ, ਨਾਈ ਹੈ, ਜਿਹੜੀ ਵੀ ਜਾਤ ਦਾ ਹੈ, ਉਹਨਾਂ ਨੂੰ ਮਹਾਰਾਜ ਨੇ ਆਪਣਾ ਰੂਪ ਬਣਾ ਲਿਆ ਤੇ ਆਖਿਆ ਖਾਲਸਾ ਬਣ ਗਏ। ਖਾਲਸੇ ਦੀ ਕੋਈ ਜਾਤ ਨਹੀਂ, ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮੈਂ ਹਉ ਕਰੋ ਨਿਵਾਸ, ਖਾਲਸਾ ਮੇਰਾ ਖਾਸ ਰੂਪ ਹੈ ਤੇ ਤੁਹਾਡੇ ਵਿੱਚ ਮੈਂ ਵਸਦਾ। ਤੇ ਜਿਨ੍ਹਾਂ ਨੂੰ ਲੋਕ ਪਛੜੇ ਹੋਏ, ਨੀਵੇਂ, ਗਰੀਬ, ਲਤਾੜੇ ਹੋਏ ਕਹਿੰਦੇ ਸਨ, ਮਹਾਰਾਜ ਕਹਿੰਦੇ ਮੈਂ ਇਹਨਾਂ ਨੂੰ ਪਾਤਸ਼ਾਹਤ ਦਿਆਂਗਾ ਤੇ ਸਾਡੀ ਗੁਰਿਆਈ ਯਾਦ ਰੱਖਣਗੇ ਜੁਗਾਂ ਜੁਗਾਂ ਤੱਕ। ਇਹਨਾਂ ਨੂੰ ਯਾਦ ਰਹੇਗੀ ਗੱਲ ਵੀ ਸਾਨੂੰ ਕਿਸੇ ਮਾਣ ਦਿੱਤਾ। ਪਰ ਇਸ ਗੱਲ ਦਾ ਪੰਥਕ ਤੌਰ 'ਤੇ ਨਹੀਂ, ਮੈਨੂੰ ਨਿੱਜੀ ਤੌਰ 'ਤੇ ਇਸ ਗੱਲ ਦਾ ਰੰਜ ਵੀ ਹੈ, ਸ਼ਿਕਵਾ ਵੀ ਹੈ ਇਸ ਗੱਲ ਦਾ ਕਿ ਇੰਨਾ ਸਮਾਂ ਨਹੀਂ ਹੋਇਆ, ਭੁੱਲ ਬੈਠੇ ਅਸੀਂ ਉਸ ਮਾਣ ਤਾਣ ਦੇ ਦਾਤੇ ਨੂੰ ਭੁੱਲ ਬੈਠੇ ਹਾਂ। ਅਸੀਂ ਉਹਨੂੰ ਯਾਦ ਨਹੀਂ ਕਰਦੇ। ਅਸੀਂ ਕਹਿੰਦੇ ਸਾਡਾ ਕੀ ਲੱਗਦਾ, ਸਾਡੇ ਲਈ ਕੀ ਕੀਤਾ, ਤੁਸੀਂ ਕਿਸੇ ਲਈ ਕੀ ਕੀਤਾ, ਚੁੰਡੀ ਵਢਾਈ ਕਿਸੇ ਨੇ ਕਿਸੇ ਲਈ। ਤੇ ਜੇ ਤੁਸੀਂ ਕਿਸੇ ਲਈ ਕੁਝ ਨਹੀਂ ਕਰ ਸਕਦੇ ਤੇ ਮਿਹਣੇ ਕਿਉਂ ਮਾਰਦੇ ਫਿਰ ਤੁਸੀਂ, ਸਾਡੇ ਲਈ ਆਹ ਨਹੀਂ ਕੀਤਾ, ਆਹ ਨਹੀਂ ਕੀਤਾ। ਉਹ ਤੁਹਾਡੇ ਲਈ, ਸਾਡੇ ਲਈ, ਆਪਣੇ ਸਾਰਿਆਂ ਲਈ ਸਰਬੰਸ ਵਾਰ ਦਿੱਤਾ, ਆਪਣੇ 4 ਪੁੱਤਰ ਵਾਰ ਦਿੱਤੇ, ਆਪਣੇ ਪਿਤਾ ਨੂੰ ਵਾਰ ਦਿੱਤਾ ਧਰਮ ਦੀ ਰੱਖਿਆ ਦੇ ਲਈ। ਜੇ ਕੋਈ ਐਸਾ ਹੈ ਤੇ ਉਹਦੇ ਪਿੱਛੇ ਲੱਗ ਜਾਓ, ਕੋਈ ਸ਼ਿਕਵਾ ਨਹੀਂ। ਪਰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਹੈ ਹੀ ਨਹੀਂ ਤੇ ਫਿਰ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ, ਫਿਰ ਅਸੀਂ ਉਹ ਮਨੋਂ ਕਿਉਂ ਵਿਸਾਰੀ ਐ ਵਡਦਾਤਾ, ਉਹਨੂੰ ਕਿਉਂ ਭੁਲਾਈਏ ਜਿਹੜਾ ਐਡਾ ਵੱਡਾ, ਜਿਹਦੇ ਵਰਗਾ, ਜਿਹਦਾ ਸਾਨੀ ਕੋਈ ਨਹੀਂ। ਤੇ ਉਹਨੂੰ ਭੁੱਲ ਕੇ ਵੀ ਜਿਹੜੇ ਫਿਰ ਸਾਧ ਸੰਗਤ ਇੱਧਰ ਟੇਢੇ ਮੇਢੇ ਰਾਹਾਂ 'ਤੇ ਤੁਰੇ ਫਿਰਦੇ ਆ, ਫਿਰ ਇਹਨੂੰ ਉਹ ਆਪਣੇ ਅੰਦਰ ਝਾਤੀ ਮਾਰ ਲੈਣ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਸਮਝਾਉਂਦੇ, ਕਹਿੰਦੇ ਮਰ ਮਰ ਜੰਮੈ, ਮਰਨਗੇ ਜੰਮਣਗੇ, ਮਰਨਗੇ ਜੰਮਣਗੇ, ਕੱਚਿਆਂ ਦੇ ਪਿੱਛੇ ਲੱਗਣ ਵਾਲੇ। ਫੇਰ ਪਵੈ ਘਨੇਰੇ, ਫੇਰ ਦਾ ਅਰਥ ਹੈ ਗੇੜਾ, ਫੇਰਾ, ਚੱਕਰ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਚੱਕਰ ਪੈਣਗੇ ਬੜੇ ਲੰਮੇ, ਬਹੁਤ ਗੇੜੇ ਮਾਰਨੇ ਪੈਣਗੇ। ਇੱਕ ਵਾਰੀ ਨਹੀਂ, ਕਈ ਵਾਰ ਮਰੇਗਾ, ਫਿਰ ਜੰਮੇਗਾ, ਫਿਰ ਮਰੇਗਾ, ਫਿਰ ਜੰਮੇਗਾ, ਤੇ ਬੇਵਜ੍ਹਾ ਦੇ ਗੇੜੇ ਲੱਗਣਗੇ। ਤੁਹਾਨੂੰ ਇੱਥੋਂ ਤੋਰ ਦਿਓ ਵੀ ਜਾਂ ਚੰਡੀਗੜ੍ਹ ਬੱਸ ਅੱਡੇ, ਉੱਥੇ ਇੱਕ ਬੰਦਾ ਮਿਲੇਗਾ ਤੇ ਉੱਥੇ ਚੱਲ ਜਾਓ, ਉੱਥੇ ਬੰਦਾ ਆਵੇ ਹੀ ਨਾ ਤੇ ਤੁਹਾਨੂੰ ਕਹਿ ਦੇ ਆਇਆ ਨਹੀਂ, ਵਾਪਸ ਮੁੜਿਆ, ਤੇ ਤੁਸੀਂ ਆ ਕੇ ਬੰਦੇ ਦੇ ਗਲ ਪੈਣ ਤੱਕ ਜਾਓਗੇ, ਮੈਨੂੰ 15 ਕਿਲੋਮੀਟਰ 18 ਕਿਲੋਮੀਟਰ ਤੂੰ ਇੱਦਾਂ ਹੀ ਫੇਰਾ ਪਵਾਤਾ। ਤੇ ਦੂਜੀ ਵਾਰ ਜਦੋਂ ਉਹ ਬੰਦਾ ਕਹਿ ਦੇ ਲੈ ਅੱਜ ਜਾਈ, ਤੇ ਉਦੋਂ ਪਹਿਲਾਂ ਤੁਸੀਂ ਆਖੋਗੇ ਦੇਖੀ ਭਰਾਵਾ ਉਦਣ ਵਾਲੀ ਗੱਲ ਨਾ ਕਰਦੀ, ਕਿਤੇ ਇੱਦਾਂ ਹੀ ਫੇਰਾ ਨਾ ਪਵਾ ਦੀ। ਦੂਜੀ ਵਾਰ ਵੀ ਤੁਸੀਂ ਇਹ ਗੱਲ ਕਹੋਗੇ, ਸੋਚੋਗੇ। ਤੇ ਮਹਾਰਾਜ ਕਹਿੰਦੇ ਹਾਂ ਐਡਾ ਵੱਡਾ ਜਨਮ ਦਾ ਫੇਰਾ, ਜਨਮ ਲਿਆ, ਬਚਪਨ, ਜਵਾਨੀ, ਬੁਢਾਪਾ ਲੰਘ ਗਿਆ, 50 ਸਾਲ 60 ਸਾਲ, ਕੋਈ 70 ਸਾਲਾਂ ਦਾ, ਇੱਥੋਂ 80 ਸਾਲਾਂ ਦਾ ਜਾ ਰਿਹਾ ਹੈ। ਪਰ ਜਦੋਂ ਝੋਲੀ 'ਚ ਨਜ਼ਰ ਮਾਰਦੇ, ਖਾਲੀ ਦੀ ਖਾਲੀ, ਸ਼ੁਭ ਗੁਣਾ ਬਿਨਾ। ਇੱਥੇ ਆਇਆ ਚਲਾ ਗਿਆ, ਆਇਆ ਗਿਆ, ਮੋਇਆ ਨਾਉ। ਇਸ ਜਗ੍ਹਾ 'ਤੇ ਆਇਆ, ਔਗਣਾ ਦੀ ਗੰਢ ਬੰਨ੍ਹ ਕੇ ਸਿਰ 'ਤੇ ਰੱਖ ਕੇ ਚਲਾ ਗਿਆ। ਨਾਨਕ ਸੁੱਤੀ ਪਈ ਹੈ ਜਾਨ ਵਿਰਤੀ ਸੰਨ, ਗੁਣਾ ਗਵਾਈ ਗੰਠੜੀ, ਅਵਗਣ ਚੱਲੀ ਬੰਨ। ਤੇ ਔਗਣ ਬੰਨ੍ਹ ਕੇ ਚਲੇ ਜਾ ਰਹੇ ਹਾਂ। ਮਾੜਾ ਮੋਟਾ ਸੋਚਿਆ ਵੀ ਨਹੀਂ ਵੀ ਐਡੀ ਵੱਡੀ ਜ਼ਿੰਦਗੀ 'ਚ ਐਡਾ ਫੇਰਾ ਪੈ ਗਿਆ ਬੇਵਜ੍ਹਾ। ਉਂਝ ਤੇ ਅਸੀਂ ਥੋੜ੍ਹੀ ਜਿਹੀ ਦੂਰ ਕੋਈ ਭੇਜਦਾ ਹੈ, ਖਾਲੀ ਫੇਰਾ ਵੱਜ ਜਾਏ ਤੇ ਲਾਲ ਪੀਲੇ ਹੁੰਦੇ ਫਿਰਦੇ ਹਾਂ। ਕਦੇ ਆਪਣੇ ਮਨ ਨਾਲ ਕਦੇ 2 ਹੱਥ ਕੀਤੇ ਵੀ ਐਡਾ ਵੱਡਾ ਜਨਮ ਸੀ, ਮੈਂ ਵੀ ਗਵਾ ਦਿੱਤਾ ਇਹ ਮਨ ਮੇਰਿਆ, ਤੂੰ ਸਦਾ ਸੱਚ ਸੰਭਾਲੇ ਮੇਰਿਆ ਮਨਾ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ, ਜਬ ਲਗ ਜੋਵਨ ਸਾਂਸ ਹੈ, ਤਬ ਲਗੇ ਤਨ ਤੇ। ਇਹ ਸ਼ਰੀਰਾ ਮੇਰਿਆ ਇਸ ਜੱਗ ਮੈਂ ਆਏ, ਕਿਆ ਤੁਧ ਕਰਮ ਕਮਾਇਆ। ਗੁਰੂ ਅਮਰਦਾਸ ਜੀ ਨੇ ਸਵਾਲ ਕੀਤਾ ਕਿ ਕਰਮ ਕਮਾਇਆ ਤੁਧ ਸ਼ਰੀਰਾ, ਜਾ ਤੂੰ ਜੱਗ ਮੈਂ ਆਇਆ, ਜਿਸ ਕੰਮ ਲਈ ਤੂੰ ਆਇਆ ਕੰਮ ਕੀਤਾ। ਜਿਨ ਹਰ ਤੇਰਾ ਰਾਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਹਨੇ ਤੈਨੂੰ ਬਣਾਇਆ, ਪੈਦਾ ਕੀਤਾ, ਕੰਮੇ ਤੇਰਾ ਇਹ ਸੀ ਤੇ ਉਹ ਤੂੰ ਮਨ 'ਚ ਨਹੀਂ ਵਸਾਇਆ। ਫਿਰ ਕੀ ਹੋਏਗਾ? ਕਹਿੰਦੇ
ਮਰ ਮਰ ਜੰਮੈ ਫੇਰ ਪਵਹਿ ਕਨੇਰੇ। ਫੇਰੇ ਪੈਣਗੇ ਫਿਰ ਇੱਕ ਨਹੀਂ ਘਣੇ। ਘਣੇ ਹੁੰਦੇ ਬਹੁਤ ਜ਼ਿਆਦਾ। ਹਿੰਦੀ ਇੱਧਰ ਹਰਿਆਣੇ 'ਚ ਵਰਤਿਆ ਜਾਂਦਾ ਸ਼ਬਦ ਹੈ ਘਣਾ, ਉਹ ਘਨੇਰੇ ਸ਼ਬਦ ਬਣ ਗਿਆ। ਮਹਾਰਾਜ ਕਹਿੰਦੇ ਬਹੁਤ ਸਾਰੇ ਫੇਰ ਚੱਕਰ ਵੱਜਣਗੇ। ਤੂੰ ਏਕੋ ਨਿਹਚਲ ਅਗਮੇ ਅਪਾਰਾ। ਹੇ ਮੇਰੇ ਪ੍ਰਮਾਤਮਾ, ਤੂੰ ਤਾਂ ਇੱਕੇ ਹੈ। ਬੰਦੇ ਨੇ, ਦੁਨੀਆ ਨੇ ਉਹਨੂੰ ਕਈ ਨਾਮ ਦਿੱਤੇ, ਕਿਰਤਮ ਨਾਮ ਦਿੱਤੇ। ਕੋਈ ਉਹਨੂੰ ਉਹਦੀ ਕਿਰਿਆ ਕਰਕੇ ਕੋਈ ਕਰਤਾਰ ਕਹੀ ਜਾਂਦਾ ਹੈ, ਕੋਈ ਸਿਰਜਣਹਾਰ ਕਹੀ ਜਾਂਦਾ ਹੈ, ਕੋਈ ਗੋਬਿੰਦ ਕਹੀ ਜਾਂਦਾ ਹੈ, ਕੋਈ ਕਰਤਾਰ ਕਹੀ ਜਾਂਦਾ, ਕੋਈ ਨਾਮ ਬੜੇ ਆ ਇੱਕ ਇੱਕ ਤੇ। ਇਹ ਉਹਦੇ ਕਿਰਤਮ ਨਾਮ ਨੇ, ਹੈ ਇੱਕੋ ਹੀ ਹੈ। ਕੋਈ ਰਾਮ ਕਹੋ, ਕੋਈ ਅੱਲਾ ਕਹੋ, ਇੱਕੋ ਹੀ ਹੈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇੱਕ ਵਾਰ ਕਾਜੀ, ਮੌਲਾਨੇ ਅਤੇ ਹਿੰਦੂ ਲੋਕ ਇਕੱਠੇ ਹੋ ਕੇ ਪੁੱਛਣ ਲੱਗੇ, ਬਾਬਾ ਜੀ ਤੁਹਾਡੀ ਬਾਣੀ 'ਚ ਦੱਸੋ ਰਾਮ ਵੱਡਾ ਕਿ ਰਹੀਮ ਵੱਡਾ ਕਿ ਅੱਲਾ ਵੱਡਾ ਕਿ ਗੋਬਿੰਦ ਵੱਡਾ, ਦੱਸੋ, ਕਿਰਪਾ ਕਰਕੇ ਦੱਸੋ। ਸਾਡੀਆਂ ਕਿਤਾਬਾਂ, ਉਹ ਕਹਿੰਦਾ ਸਾਡੇ ਵਾਲੇ ਕੁਰਾਨ ਵਾਲੇ ਕਹਿੰਦੇ ਸਾਡੇ ਵਾਲੀ 'ਚ ਰਾਮ ਲਿਖਿਆ ਹੀ ਨਹੀਂ, ਉਹਨਾਂ 'ਚ ਤਾਂ ਅੱਲਾ ਹੀ ਲਿਖਿਆ, ਇਹਦਾ ਮਤਲਬ ਉਹੀ ਵੱਡਾ। ਅਤੇ ਹਿੰਦੂ ਲੋਕ ਕਹਿਣ ਲੱਗੇ ਸਾਡੇ ਵਾਲੀਆਂ ਕਿਤਾਬਾਂ 'ਚ ਸਿਮਰਤੀਆਂ 'ਚ ਰਹੀਮ ਨਹੀਂ ਕਿਤੇ ਲਿਖਿਆ, ਅੱਲਾ ਨਹੀਂ ਲਿਖਿਆ। ਅਤੇ ਸਾਡੇ ਭਾਦਾ ਅਤੇ ਸਾਡੇ ਵਾਲਾ ਹੀ ਵੱਡਾ ਗੋਬਿੰਦ ਕਰਤਾਰ। ਅਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਝਗੜਾ ਨਾ ਕਰੋ। ਭਾਈ ਗੁਰਦਾਸ ਜੀ ਨੇ ਲਿਖਿਆ, ਕਰਨ ਵਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ। ਰਾਹ ਸ਼ੈਤਾਨੀ ਦੁਨੀਆ ਗੋਈ। ਦੁਨੀਆ ਦੇ ਲੋਕੋ ਸ਼ੈਤਾਨੀ ਦੇ ਰਾਹ 'ਤੇ ਕਿਉਂ ਤੁਰਦੇ ਹੋ, ਸ਼ੈਤਾਨੀਆਂ ਕਿਉਂ ਕਰਦੇ ਹੋ? ਉਹਨੂੰ ਇਹ ਰਾਮ ਕਹਿ ਲਓ, ਉਹਨੂੰ ਇਹ ਰਹੀਮ ਕਹਿ ਲਓ, ਹੈ ਤਾਂ ਇੱਕੋ ਹੀ ਹੈ ਨਾ। ਔਰ ਗੁਰਬਾਣੀ ਵਿੱਚ ਲਿਖ ਦਿੱਤਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾ ਹੈ। ਉਹ ਇੱਕੋ ਹੀ ਹੈ। ਉਹਦੇ ਨਾਵਾਂ ਦਾ ਭੇਦ ਹੋ ਸਕਦਾ ਹੈ। ਨਾਮ ਕਿਸੇ, ਕੋਈ ਬੰਦਾ ਅੱਜ ਡਾਕਟਰੀ ਦਾ ਕੰਮ ਕਰਦਾ, ਆਪਣੀ ਸੀਟ 'ਤੇ ਬੈਠਾ, ਉਹਨੂੰ ਡਾਕਟਰ ਕਹਿੰਦਾ। ਉਹੀ ਉਹ ਬੰਦਾ ਕਿਸੇ ਦੁਕਾਨਦਾਰ ਦੇ ਚਲਾ ਜਾਂਦਾ ਸਬਜ਼ੀ ਲੈਣ, ਕੋਈ ਹੋਰ ਚੀਜ਼ ਲੈਣ, ਉਹਨੂੰ ਗਾਹਕ ਸਮਝਿਆ ਜਾਂਦਾ। ਉਹੀ ਉਹ ਬੰਦਾ ਆਪਣੇ ਰਿਸ਼ਤੇਦਾਰੀ 'ਚ ਚਲਾ ਜਾਏ, ਆਪਣੇ ਸਹੁਰੇ ਘਰੋਂ ਕਹਿੰਦੇ ਜੀ ਪ੍ਰਾਹੁਣਾ ਆਇਆ, ਅਤੇ ਘਰੇ ਜਾਂਦੇ ਹੋ ਅਤੇ ਬੱਚੇ ਤੁਹਾਨੂੰ ਬਾਪੂ ਜੀ, ਪਿਤਾ ਜੀ ਕਹਿੰਦੇ ਆ। ਇਹ ਤਾਂ ਤੁਹਾਡੇ ਜਿਹੜੇ ਵਿਸ਼ੇਸ਼ਣ ਹੈ, ਤੁਹਾਡੇ ਕਰਮ ਦੇ ਹਿਸਾਬ ਨਾਲ, ਤੁਹਾਡੇ ਰਿਸ਼ਤੇ ਦੇ ਹਿਸਾਬ ਨਾਲ ਬਦਲ ਜਾਂਦੇ ਆ, ਪਰ ਬੰਦੇ ਤੁਸੀਂ ਇੱਕ ਹੀ ਹੋ। ਇਉਂ ਹੀ ਪਰਮੇਸ਼ਰ, ਵਾਹਿਗੁਰੂ, ਰੱਬ, ਅੱਲਾ ਕਹਿ ਲਓ, ਗੋਡ ਕਹਿ ਲਓ, ਉਹ ਇੱਕੋ ਹੀ ਆ। ਇਹਦੇ ਲਈ ਝਗੜੇ ਨਾ ਪਾਓ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਤੂੰ ਏਕੋ ਨਿਹਚਲ, ਤੂੰ ਇੱਕੋ ਹੀ ਹੈ, ਅਤੇ ਤੂੰ ਨਿਹਚਲ ਹੈ, ਤੂੰ ਜਾਂਦਾ ਨਹੀਂ ਕਦੇ, ਅਚਲ ਹੈ। ਅਗਮ ਅਪਾਰਾ, ਉਹਦੇ ਤੱਕ ਮਲੀਨ ਬੁੱਧੀ ਵਾਲੇ ਅਗਮ ਉੱਥੇ ਤੱਕ ਪਹੁੰਚ ਨਹੀਂ ਸਕਦੇ, ਉਹਦਾ ਪਾਰ ਨਹੀਂ ਕੋਈ ਪਾਇਆ ਜਾ ਸਕਦਾ। ਗੁਰਮਤੀ ਬੂਝ ਬੁਝਾਵਣਿਆ ਮਹਾਰਾਜ, ਫਿਰ ਉਹਦੀ ਸੋਝੀ ਕਿਵੇਂ ਪੈਂਦੀ ਬੰਦੇ ਨੂੰ? ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ, ਜਿਹੜਾ ਇੱਕ ਹੈ ਪਰੇ ਤੋਂ ਪਰੇ, ਜਦੋਂ ਕਿਤੇ ਗੁਰੂ ਦੀ ਮੱਤ ਲਈਏ, ਗੁਰਮਤੀ ਬੂਝ ਬੁਝਾਵਣਿਆ, ਗੁਰੂ ਦੀ ਮੱਤ ਦੇ ਰਾਹੀਂ ਫਿਰ ਉਹਦੀ ਸਮਝ ਪੈ ਜਾਂਦੀ ਹੈ, ਉਹਦੇ ਰਸਤੇ ਦੀ ਸਮਝ ਪੈ ਜਾਂਦੀ ਹੈ। ਗੁਰੂ ਦੀ ਮੱਤ, ਗੁਰੂ ਦੀ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਫਿਰ ਇਨਸਾਨ ਸਹੀ ਰਾਹ 'ਤੇ ਲੱਗ ਜਾਂਦਾ ਹੈ। ਫਿਰ ਉਹਨੂੰ ਉਹਦੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਵਸ ਜਾਂਦਾ ਹੈ। ਇਉਂ ਮਹਾਰਾਜ ਕਹਿੰਦੇ ਆ, ਹਉ ਵਾਰੀ ਜੀਉ ਵਾਰੀ, ਰਾਮ ਨਾਮ ਮਨ ਵਸਾਵਣਿਆ। ਸ਼੍ਰੀ ਗੁਰੂ ਅਮਰਦਾਸ ਜੀ ਕਹਿੰਦੇ, ਮੈਂ ਵਾਰ ਨਹੀਂ ਜਾਣਾ ਬਈ, ਮੈਂ ਬਲਿਹਾਰ ਨਹੀਂ ਜਾ ਰਿਹਾ। ਹਉ ਵਾਰੀ ਜੀਉ ਵਾਰੀ, ਦਿਲੋਂ ਵਾਰ ਨੇ ਬਲਿਹਾਰਾਂ ਕਿਹਨਾਂ ਤੋਂ? ਕਹਿੰਦੇ ਰਾਮ ਨਾਮ ਮਨ ਵਸਾਵਣਿਆ। ਜਿਹੜੇ ਗੁਰਮੁਖ ਆਪਣੇ ਮਨ ਦੇ ਵਿੱਚ ਵਾਹਿਗੁਰੂ ਜੀ ਦਾ, ਪਰਮੇਸ਼ਰ ਜੀ ਦਾ ਨਾਮ ਵਸਾਉਂਦੇ ਆ ਨਾ ਬਈ, ਮੈਂ ਉਹਨਾਂ ਤੋਂ ਬਲਿਹਾਰ ਹੀ ਜਾਂਦਾ। ਸਤਿਗੁਰੂ ਕਹਿੰਦੇ, ਕਿਸੇ ਵੀ ਫਿਰਕੇ ਦਾ, ਕਿਸੇ ਵੀ ਕੌਮ ਦਾ, ਕਿਤੇ ਦਾ ਵੀ ਰਹਿਣ ਵਾਲਾ, ਕਹਿੰਦੇ ਮੈਂ ਬਲਿਹਾਰੇ ਜਾਵਾਂ। ਗੁਰੂ ਬਾਬਾ ਜੀ ਨੇ ਵਿਤਕਰਾ ਕੀਤਾ ਹੀ ਨਹੀਂ। ਭਾਵੇਂ ਉਹ ਭਗਤ ਨਾਮਦੇਵ ਸੀ,
ਭਾਵੇਂ ਉਹ ਭਗਤ ਕਬੀਰ ਸੀ, ਭਾਵੇਂ ਉਹ ਭਗਤ ਤ੍ਰਿਲੋਚਨ ਸੀ, ਭਾਵੇਂ ਉਹ ਭਗਤ ਸਦਨਾ ਸੀ, ਭਾਵੇਂ ਉਹ ਭਗਤ ਧੰਨਾ ਸੀ, ਜਾਂ ਇਸਲਾਮ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਮਹਾਂਪੁਰਸ਼ ਬਾਬਾ ਸ਼ੇਖ ਫਰੀਦ ਸੀ। ਗੁਰੂ ਸਾਹਿਬ ਨੇ ਜਿਹਦੇ ਹਿਰਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਪ੍ਰਗਟ ਹੋਇਆ, ਔਰ ਜਿਹੜਾ ਵੀ ਪਰਮੇਸ਼ਰ ਵਾਹਿਗੁਰੂ ਦਾ ਪਿਆਰਾ ਸੀ, ਮਹਾਰਾਜ ਨੇ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨੂੰ ਥਾਂ ਦਿੱਤੀ, ਉਹਨਾਂ ਨੂੰ ਮਾਣ ਦਿੱਤਾ। ਅੱਜ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬੈਠੇ ਦਸੇ ਗੁਰੂ ਸਾਹਿਬਾਨਾਂ ਨੂੰ ਅਸੀਂ ਸਿਰ ਝੁਕਾਉਂਦੇ ਹਾਂ, ਮੱਥਾ ਟੇਕਦੇ ਹਾਂ, ਉੱਥੇ ਪਿਆਰਿਓ ਬਾਬੇ ਫਰੀਦ ਨੂੰ ਵੀ ਨਮਸਕਾਰ ਹੁੰਦੀ ਹੈ, ਉੱਥੇ ਬਾਬੇ ਰਵਿਦਾਸ ਨੂੰ ਵੀ, ਭਗਤ ਰਵਿਦਾਸ ਜੀ ਨੂੰ ਵੀ ਨਮਸਕਾਰ ਹੁੰਦੀ, ਅਤੇ ਜਿੰਨੇ ਉੱਥੇ ਬੈਠੇ ਆ ਪਿਆਰੇ ਰੱਬ ਦੇ 15 ਭਗਤ ਅਤੇ ਭੱਟ ਸਾਹਿਬਾਨ, ਸਾਰਿਆਂ ਨੂੰ ਇਹ ਸਿਜਦੇ ਹੁੰਦੇ ਆ। ਉਹਨਾਂ ਭਗਤਾਂ ਨੂੰ ਵੀ ਹੁੰਦੀ ਜਿਨ੍ਹਾਂ ਦੀ ਉਸਤਤੀ ਹੈ, ਧਰੂ ਪ੍ਰਹਿਲਾਦ ਵਰਗੇ, ਉਹਨਾਂ ਦੀ ਉਸਤਤੀ ਹੈ ਬਾਣੀ ਵਿੱਚ। ਤਾਂ ਗੁਰਬਾਣੀ ਗੁਰੂ ਸਾਹਿਬ ਨੇ ਤਾਂ ਉਹਨਾਂ ਨੂੰ ਮਾਣ ਦਿੱਤਾ, ਕਹਿੰਦੇ ਹਾਂ ਵਾਰੀ ਜੀਓ ਵਾਰੀ, ਰਾਮ ਨਾਮ ਮਨ ਵਸਾਵਣਿਆ। ਮਹਾਰਾਜ ਕਹਿੰਦੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਿਹੜੇ ਵੀ ਪਿਆਰੇ ਮਨ ਵਿੱਚ ਵਸਾਉਂਦੇ ਆ, ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ। ਤਿਸ ਰੂਪ ਨਾ ਰੇਖਿਆ ਆਵਰ ਨਾ ਰੇਖਿਆ ਵਰਨ ਨਾ ਕੋਈ, ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ। ਉਹ ਵਾਹਿਗੁਰੂ ਦਾ ਵੀ ਕੋਈ ਵਿਸ਼ੇਸ਼ ਰੂਪ ਨਹੀਂ, ਉਹਦੇ ਕਿੰਨੇ ਹੀ ਰੂਪ ਕਿੰਨੇ ਤਰ੍ਹਾਂ ਦੇ ਲੋਕਾਂ ਨੇ ਬਣਾਏ ਆ। ਕਿਸੇ ਨੇ ਉਹਨੂੰ ਚਿੱਟੇ ਰੰਗ ਦਾ, ਕਿਸੇ ਨੇ ਉਹਨੂੰ ਕਾਲੇ ਰੰਗ ਦਾ, ਕਿਸੇ ਨੇ ਉਹਨੂੰ ਪੀਲੇ ਰੰਗ ਦੇ, ਕੋਈ ਉਹਨੂੰ ਪਿਤੰਬਰ, ਕੋਈ ਉਹਨੂੰ ਸਤੰਬਰ, ਕੋਈ ਉਹਨੂੰ ਕਾਲੇ ਕੱਪੜਿਆਂ ਵਾਲਾ, ਅਤੇ ਕੋਈ ਉਹਨੂੰ ਕਿਸੇ ਰੂਪ ਵਿੱਚ ਕੋਈ ਰੂਪ ਬਣਾਈ ਫਿਰਦਾ ਹੈ, ਕੋਈ ਰੂਪ ਬਣਾ ਕੇ ਉਹਦੀ ਪੂਜਾ ਕਰਦਾ ਹੈ, ਅਤੇ ਕੋਈ ਸਾਕਾਰ, ਕੋਈ ਨਿਰਾਕਾਰ ਸਮਝ ਕੇ ਉਹਨੂੰ ਉਹਦੀਆਂ ਮੂਰਤੀਆਂ ਨੂੰ ਤੋੜੀ ਜਾਂਦਾ ਹੈ। ਉਹ ਕਹਿੰਦਾ ਐਸਾ ਨਹੀਂ ਹੈ, ਖੁਦਾ ਐਸਾ ਨਹੀਂ ਹੈ। ਦੂਜੇ ਕਹਿੰਦੇ ਰਾਮ ਐਸਾ ਹੈ, ਪਰਮਾਤਮਾ ਐਸਾ ਹੈ, ਠਾਕੁਰ ਐਸਾ ਹੈ, ਉਹਨਾਂ ਦੀ ਆਪਣੀ ਥਿਊਰੀ ਆ। ਮਹਾਰਾਜ ਕਹਿੰਦੇ ਉਹਦਾ ਕੋਈ ਰੂਪ ਨਹੀਂ, ਵੈਸੇ ਉਹਦੀ ਕੋਈ ਰੇਖਾ ਵੀ ਨਹੀਂ, ਚਿੰਨ੍ਹ ਵੀ ਨਹੀਂ, ਜਿਵੇਂ ਆਪਣੇ ਹੱਥਾਂ ਦੀਆਂ ਲਕੀਰਾਂ ਹੁੰਦੀਆਂ, ਮੱਥੇ ਦੀਆਂ ਲਕੀਰਾਂ ਹੁੰਦੀਆਂ, ਉਹ 'ਤੇ ਨਹੀਂ ਕੋਈ, ਉਹਦਾ ਕੋਈ ਵਿਸ਼ੇਸ਼ ਇੱਕ ਰੂਪ ਨਹੀਂ, ਅਨੇਕਾਂ ਰੂਪ ਨੇ, ਅਨੇਕ ਹੈ ਫਿਰ ਇੱਕ ਹੈ। ਵਰਨ ਨਾ ਕੋਈ, ਉਹ ਕਿਸੇ ਵਿਸ਼ੇਸ਼ ਵਰਨ ਨਾਲ ਵੀ ਸੰਬੰਧਿਤ ਨਹੀਂ। ਅਖੇ ਜੀ ਉਹ ਬ੍ਰਾਹਮਣ ਜਾਤੀ ਵਿੱਚ ਹੀ ਪੈਦਾ ਹੋ ਸਕਦਾ ਹੈ, ਉਹ ਜੀ ਖੱਤਰੀਆਂ ਵਿੱਚ ਪੈਦਾ ਹੋ ਸਕਦਾ ਹੈ, ਉਹਦਾ ਹੈ ਨਹੀਂ। ਇਹ ਤਾਂ ਗੱਲ ਮੰਨਣੀ ਓ ਪੈਣੀ ਹੈ। ਬ੍ਰਾਹਮਣ ਸਭ ਤੋਂ ਉੱਚੇ ਮੰਨਦੇ ਆਪਣੇ ਆਪ ਨੂੰ, ਪਰ ਅਵਤਾਰ ਮੰਨਦੇ ਸ਼੍ਰੀ ਰਾਮ ਚੰਦਰ ਜੀ ਨੂੰ। ਰਾਮ ਚੰਦਰ ਕਿਹੜਾ ਬ੍ਰਾਹਮਣ ਸਨ, ਉਹ ਤਾਂ ਖੱਤਰੀ ਸਨ, ਛਤਰੀ ਸਨ। ਬਥੇਰੇ ਬ੍ਰਾਹਮਣ ਪੰਡਤ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਅੱਗੇ ਟੱਲ ਖੜਕਾਉਂਦੇ ਮਿਲ ਜਾਣਗੇ। ਉਹਨਾਂ ਬ੍ਰਾਹਮਣਾਂ ਨੂੰ ਪੁੱਛਿਆ ਜਾਏ ਕਿ ਬ੍ਰਾਹਮਣੋ ਤੁਸੀਂ ਤਾਂ ਸਭ ਤੋਂ ਉੱਤਮ ਸਮਝਦੇ ਹੋ, ਕ੍ਰਿਸ਼ਨ ਜੀ ਕਿਸ ਕੁੱਲ ਨਾਲ ਸੰਬੰਧ ਰੱਖਦੇ ਸਨ? ਯਾਦਵ ਸਨ ਨਾ। ਅਤੇ ਯਾਦਵ ਕੀ ਹੁੰਦੇ ਆ? ਬ੍ਰਾਹਮਣ ਹੁੰਦੇ ਆ। ਹਰਿਆਣੇ 'ਚ ਸਾਰੇ ਯਾਦਵ ਵਸਦੇ ਆ, ਅਤੇ ਵੇਖੋ। ਅਤੇ ਇਸ ਲਈ ਇਹ ਤੁਹਾਨੂੰ ਭਰਮਾਂ ਵਿੱਚ ਪਾਉਣ ਦੀ ਗੱਲ ਹੈ। ਉਹ ਪਰਮੇਸ਼ਰ ਵਾਹਿਗੁਰੂ ਵੈਸੇ ਸੱਚਾਈ ਇਹ ਹੈ, ਉਹ ਕਿਸੇ ਇੱਕ ਜਾਤ ਦਾ ਨਹੀਂ ਹੈ, ਕਿਸੇ ਇੱਕ ਰੂਪ ਦਾ ਨਹੀਂ ਹੈ। ਪੁਰਾਣਾਂ ਵਿੱਚ ਅਤੇ ਇੱਥੇ ਗੁਰਬਾਣੀ ਵਿੱਚ ਵੀ ਆਉਂਦਾ ਉਹਦਾ ਜ਼ਿਕਰ। ਪੁਰਾਣਾਂ ਵਿੱਚ ਤਾਂ ਐਸਾ ਵੀ ਆਉਂਦਾ ਹੈ ਕਿ ਉਹ ਪਰਮੇਸ਼ਰ ਵਾਹਿਗੁਰੂ ਬਰਾ ਅਵਤਾਰ ਧਾਰਿਆ, ਸ਼ੁਕਰ ਅਵਤਾਰ ਧਾਰਿਆ। ਅਤੇ ਸ਼ੁਕਰ ਅਵਤਾਰ ਕਿਸੇ ਪੰਡਤ ਨੂੰ ਪੁੱਛੋ ਵੀ ਸ਼ੁਕਰ ਅਵਤਾਰ ਹੁੰਦਾ ਕਿ, ਉਹ ਕਹਿੰਦੇ ਸੂਅਰ ਦੇ ਰੂਪ 'ਚ ਆਇਆ, ਅਤੇ ਸੂਅਰ ਦੀ ਮੂਰਤੀ ਬਣਾ ਕੇ ਉਹਦੇ ਅੱਗੇ ਆਰਤੀ ਕਰਨੀ, ਟੱਲ ਖੜਕਾਉਣੇ ਪਸੰਦ ਆ ਤੁਹਾਨੂੰ। ਪਰ ਇੱਕ ਜਿਹੜਾ ਰੱਬ ਦਾ ਬਣਾਇਆ ਸਭ ਤੋਂ ਉੱਤਮ ਦੇਹੀ ਵਿੱਚ ਆਇਆ ਇਨਸਾਨ ਹੈ, ਬੰਦਾ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਹਾਰੀ ਆਖਿਆ, ਅਤੇ ਉਹਦੇ ਨਾਲ ਤੁਸੀਂ ਇਸ ਗੱਲ ਤੋਂ ਨਫ਼ਰਤ ਕਰਦੇ ਹੋ ਕਿ ਕਿਸ ਜਾਤੀ ਦਾ, ਅਤੇ ਸੂਅਰ ਤੁਹਾਡੀ ਕਿਹੜੀ ਰਿਸ਼ਤੇਦਾਰੀ ਪੈਂਦੀ ਉਹਦੇ ਨਾਲ? ਇੱਕ ਮੱਛੀ ਦੇ ਪੇਟੋਂ ਜਨਮ ਲੈ ਲਿਆ, ਉਹਨੂੰ ਮੱਛ ਅਵਤਾਰ ਤੁਸੀਂ ਮੰਨਣ ਨੂੰ ਤਿਆਰ ਹੋ 24 ਅਵਤਾਰਾਂ ਵਿੱਚੋਂ। ਇੱਕ ਕੱਛ ਅਵਤਾਰ ਮੰਨਣ ਨੂੰ ਤਿਆਰ ਹੋ ਵੀ ਕੱਛੂ ਦਾ ਰੂਪ ਧਾਰ ਕੇ ਭਗਵਾਨ ਨੇ ਧਰਤੀ ਡੋਲਦੀ ਨੂੰ ਆਪਣਾ ਪਿਛਲੇ ਪਾਸੋਂ ਉਹਦਾ ਉੱਚਾ ਜਿਹਾ ਹੁੰਦਾ ਨਾ ਆਪਣਾ ਕੰਡ ਜੀ ਉਹਦੀ ਕੱਛੂ ਦੀ ਪੂਜਾ ਕਰਨ ਨੂੰ ਤੂੰ ਤਿਆਰ, ਮੱਛ ਦੀ ਪੂਜਾ ਕਰਨ ਨੂੰ ਤੂੰ ਤਿਆਰ, ਸੂਅਰ ਦੀ ਪੂਜਾ ਕਰਨ ਨੂੰ ਤਿਆਰ, ਪਰ ਬੰਦੇ ਨਾਲ ਤੂੰ ਫੇਰ ਵਿਤਕਰਾ ਕਰੀ ਜਾਂਦਾ ਹੈ। ਪੰਡਤਾ ਇਹ ਸਿਆਣਪ ਨਹੀਂ ਤੇਰੀ।
ਗੁਰੂ ਮਹਾਰਾਜ ਨੇ ਆਖਿਆ ਉਹ ਵਾਹਿਗੁਰੂ ਵਰਨ ਨਾ ਕੋਈ, ਉਹਦਾ ਕੋਈ ਵਰਨ ਨਹੀਂ ਹੈ, ਨਫ਼ਰਤ ਨਾ ਕਰ, ਇਹਨੂੰ ਜਾਤਾਂ ਦੇ ਤੌਰ 'ਤੇ ਵੰਡ ਨਾ ਕਿ ਇਹ ਬ੍ਰਾਹਮਣ ਇਸ ਵਰਨ 'ਚੋਂ ਹੈ, ਖੱਤਰੀ ਹੈ, ਸ਼ੂਦਰ ਹੈ, ਜਾਂ ਵੈਸ਼ਾਂ ਦਾ ਹੀ ਆ ਉਹ, ਇਉਂ ਨਹੀਂ ਹੈ, ਐਸਾ ਨਹੀਂ ਹੈ। ਗੁਰਮਤੀ ਆਪ ਬੁਝਾਵਣਿਆ, ਜੇ ਗੁਰੂ ਦੀ ਮੱਤ ਲੈ ਲਓਗੇ ਨਾ ਤੁਸੀਂ ਪਿਆਰਿਓ, ਗੁਰੂ ਦੀ ਮੱਤ ਦੇ ਨਾਲ ਤੁਹਾਨੂੰ ਆਪਣੇ ਆਪੇ ਦੀ ਸੋਝੀ ਹੋਏਗੀ। ਗੁਰੂ ਸਮਝਾ ਦੇਗਾ ਤੁਹਾਨੂੰ ਕਿ ਸਭੈ ਘਟ ਰਾਮ ਬੋਲਾ, ਰਾਮਾ ਬੋਲਾ, ਰਾਮ ਬਿਨਾ ਕੋ ਬੋਲਾ ਰੇ, ਤੇਰੇ ਅੰਦਰ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਤੇਰੇ ਅੰਦਰ ਵੀ ਹੈ। ਤੈਨੂੰ ਕਿਸੇ ਪੰਡਤ ਦੇ ਅੱਗੇ ਝੁਕਣ ਦੀ ਲੋੜ ਨਹੀਂ ਵੀ ਉਹ ਬ੍ਰਾਹਮਣ ਦੇਵਤਾ ਨਹੀਂ, ਤੂੰ ਕਿਹੜਾ ਰਾਖਸ਼ ਹੈ, ਤੇਰੇ ਅੰਦਰ ਵੀ ਏਕ ਕ੍ਰਿਸ਼ਨੰਤ ਸਰਬ ਦੇਵਾ, ਦੇਵ ਦੇਵਾਤਾ ਆਤਮਾ, ਆਤਮਾ ਸ਼੍ਰੀ ਵਾਸਦੇਵਸ ਜੇ ਕੋਈ ਜਾਣ ਸਪਿਓ। ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, 2 ਵਾਰੀ ਗੁਰੂ ਗ੍ਰੰਥ ਸਾਹਿਬ 'ਚ ਸ਼ਲੋਕ ਆਉਂਦਾ, ਪੜ੍ਹਦੇ ਹਾਂ ਆਪਾਂ ਆਸਾ ਕੀ ਵਾਰ ਦੇ ਵਿੱਚ ਵੀ, ਔਰ ਅੱਗੇ ਸਹਿਸਕ੍ਰਿਤੀ ਵਿੱਚ ਵੀ ਆਉਂਦਾ। ਕਹਿੰਦੇ ਤੂੰ ਭੇਦ ਸਮਝ ਲੈ, ਤੇਰੀ ਆਤਮਾ ਸ਼੍ਰੀ ਵਾਸਦੇਵਸ, ਤੇਰੇ ਅੰਦਰ ਵਸਦਾ ਵਾਸਦੇਵ ਪਰਮੇਸ਼ਵਰ ਹੈ ਜਿਹੜਾ। ਬਸ ਗੱਲ ਹੈ ਭੇਦ ਜਾਣਨ ਦੀ। ਗੁਰਮਤੀ ਆਪ ਬੁਝਾਵਣਿਆ, ਗੁਰੂ ਦੀ ਮੱਤ ਨਾਲ ਤੈਨੂੰ ਆਪੇ ਸੋਝੀ ਆ ਜਾਏਗੀ। ਗੁਰੂ ਦੀ ਮੱਤ ਲੈ, ਗੁਰ ਕੀ ਮੱਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਤੂੰ ਬਸ ਗੁਰੂ ਦੀ ਮੱਤ ਲਿਆ ਕਰ। ਵਿਸ਼ਰਾਮ ਦੇ ਕੇ ਸਮਝਾ ਰਹੇ ਰਹਾਓ। ਸਭ ਏਕਾ ਜੋਤ ਜਾਣੈ ਜੇ ਕੋਈ, ਸਭ ਏਕਾ ਜੋਤ ਜਾਣੈ ਜੇ ਕੋਈ। ਕਹਿੰਦੇ ਵਰਤਦੀ ਤਾਂ ਸਾਰਿਆਂ 'ਚ ਇੱਕੋ ਹੀ ਜੋਤ ਹੈ ਪਿਆਰਿਓ। ਗੱਲ ਇਹ ਆ ਜੇ ਕੋਈ ਜਾਣ ਲਵੇ, ਜਾਣਦਾ ਨਹੀਂ, ਜਿੰਨਾ ਚਿਰ ਜਾਣਦਾ ਨਹੀਂ ਉਹਨਾਂ ਚਿਰ ਭੇਦ ਹੈ, ਉਹਨਾਂ ਚਿਰ ਵੱਖਰਾਪਨ ਹੈ, ਉਹਨਾਂ ਚਿਰ ਦੁਬਦਾ ਹੈ। ਅਤੇ ਜੇ ਜਾਣ ਲਵੇ ਤੇ ਮਹਾਰਾਜ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਕਹਿੰਦੇ ਉਹ ਜੋਤ ਬਈ ਸਾਰਿਆਂ 'ਚ ਇੱਕੋ ਹੀ ਹੈ ਅਤੇ ਗੁਰੂ ਦੀ ਕਿਰਪਾ ਨਾਲ ਪ੍ਰਗਟ ਹੋ ਜਾਂਦੀ ਹੈ। ਸਭ ਏਕਾ ਜੋਤ ਜਾਣੈ ਜੇ ਕੋਈ। ਮਹਾਰਾਜ ਜਾਣੀ ਕਿਵੇਂ ਜਾਏਗੀ ਫਿਰ, ਇਹ ਤਾਂ ਦੱਸ ਦਿਓ। ਸਤਿਗੁਰ ਸੇਵਿਐ ਪ੍ਰਗਟ ਹੋਈ। ਜੇ ਤੂੰ ਗੁਰੂ ਦੀ ਸੇਵਾ ਕਰੇ ਨਾ, ਗੁਰੂ ਨਾਨਕ ਦੀ ਸੇਵਾ, ਸੱਚੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਸੇਵਾ ਕਰੇ, ਉਹਦੇ ਦੱਸੇ ਰਾਹ 'ਤੇ ਚੱਲੇ, ਅਤੇ ਮਹਾਰਾਜ ਕਹਿੰਦੇ ਪ੍ਰਗਟ ਹੋਈ। ਫਿਰ ਪ੍ਰਗਟ ਹੋ ਜਾਂਦੀ ਤੇਰੇ ਅੰਦਰ ਆ, ਤੇਰੇ ਅੰਦਰ ਹੈ। ਜਿਵੇਂ ਕੋਈ ਘਰੇ ਕੋਈ ਚੀਜ਼ ਪਈ ਹੋਵੇ ਹਨੇਰੇ ਵਿੱਚ ਦਿਸੇ ਹੀ ਨਾ, ਫਿਰ ਅੰਦਰ ਬੰਦਾ ਦੀਵਾ ਬਾਲ ਲਏ ਨਾ, ਅਤੇ ਫਿਰ ਚੀਜ਼ਾਂ ਦਿਸ ਪੈਂਦੀਆਂ। ਅੰਧਿਆਰ ਹੈ ਦੀਪਕ ਚਹੀਐ, ਇੱਕ ਵਸਤ ਅਗੋਚਰ ਲਹੀਐ, ਵਸਤ ਅਗੋਚਰ ਪਾਈ, ਘਾਟ ਦੀਪਕ ਰਹਿਆ ਸਮਾਈ। ਇਉਂ ਪਿਆਰਿਓ ਤੁਹਾਡੇ ਅੰਦਰ ਮਹਾਰਾਜ ਕਹਿੰਦੇ ਪ੍ਰਗਟ ਹੋ ਜਾਏਗੀ। ਹੈ ਤਾਂ ਤੇਰੇ ਅੰਦਰ ਲੱਭਦਾ ਬਾਹਰ ਫਿਰਦਾ, ਇਉਂ ਤੇਰੇ ਅੰਦਰੋਂ ਪ੍ਰਗਟ ਹੋਏਗੀ। ਗੁਪਤ ਪ੍ਰਗਟ ਵਰਤੈ ਸਭ ਥਾਈਂ। ਉਹ ਪਰਮਾਤਮਾ ਵਰਤਦਾ ਹਰੇਕ ਜਗ੍ਹਾ ਹੀ ਹੈ, ਕਿਤੇ ਪ੍ਰਗਟ ਹੈ, ਕਿਤੇ ਗੁਪਤ ਰੂਪ ਵਿੱਚ ਹੈ। ਕਈਆਂ ਨੂੰ ਪ੍ਰਗਟ ਹੋ ਗਿਆ, ਉਹ ਕਹਿੰਦੇ ਹੈ ਮੇਰੇ ਅੰਦਰ ਹੈ। ਕਈਆਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ, ਅਨੁਭਵ ਨਹੀਂ ਹੋਇਆ, ਉਹ ਕਹਿੰਦੇ ਹੈ ਨਹੀਂ। ਪਰ ਕਹਿੰਦੇ ਉੱਥੇ ਹੈ ਤਾਂ ਉੱਥੇ ਵੀ, ਉੱਥੇ ਗੁਪਤ ਹੈ, ਹਰ ਜਗ੍ਹਾ ਵਰਤੈ ਸਭ ਥਾਈਂ। ਜੋਤੀ ਜੋਤ ਮਿਲਾਵਣਿਆ। ਜਿਹੜੇ ਜੋਤੀ ਵਿੱਚ ਜੋਤ ਨੂੰ, ਆਪਣੇ ਮਨੂਏ ਨੂੰ ਮਿਲਾ ਲੈਂਦੇ ਆ ਪਰਮੇਸ਼ਰ ਵਾਹਿਗੁਰੂ ਦੀ ਜੋਤ ਵਿੱਚ, ਜੋਤ ਸਰੂਪ ਪਰਮੇਸ਼ਰ ਵਿੱਚ, ਕਹਿੰਦੇ ਉਹਨਾਂ ਨੂੰ ਹਰ ਜਗ੍ਹਾ ਹੀ ਮਿਲ ਪੈਂਦਾ। ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ, ਅਨੁਭਵ ਹੋ ਜਾਂਦਾ ਹੈ। ਤਿਸ਼ਨਾ ਅਗਨ ਜਲੈ ਸੰਸਾਰਾ। ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਤੁਸੀਂ ਵੇਖੋ, ਸੰਸਾਰ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਪਿਆ, ਬਲਦਾ ਪਿਆ। ਤ੍ਰਿਸ਼ਨਾ, ਤ੍ਰਿਸ਼ਨਾ ਹੁੰਦੀ ਰੱਜ ਨਾ ਹੋਣਾ, ਤ੍ਰਿਪਤੀ ਨਾ ਹੋਣੀ। ਆਹ ਵੀ ਮਿਲ ਜਾਏ, ਉਹ ਵੀ ਮਿਲ ਜਾਏ, ਇੱਧਰੋਂ ਵੀ ਮਿਲ ਜਾਏ, ਉੱਧਰੋਂ ਵੀ ਮਿਲ ਜਾਏ, ਮਿਲਣਾ ਹੀ ਚਾਹੀਦਾ ਵਾ। ਇੱਕ ਅੱਗ ਹੈ ਅਤੇ ਸਾਰਾ ਸੰਸਾਰ ਇਹਦੇ ਵਿੱਚ ਸੜ ਰਿਹਾ ਹੈ। ਲੋਭ ਅਭਿਮਾਨ ਬਹੁਤ ਅਹੰਕਾਰਾ। ਕਹਿੰਦੇ ਲੋਭ ਵਿੱਚ ਵੀ ਸੜ ਰਿਹਾ ਹੈ, ਅਭਿਮਾਨ ਵਿੱਚ ਵੀ ਸੜ ਰਿਹਾ ਹੈ, ਬਹੁਤ ਅਹੰਕਾਰ ਕਰ ਰਿਹਾ ਇਹਨਾਂ ਚੀਜ਼ਾਂ ਦਾ।
ਲੋਭ ਦਾ ਵੀ ਹੰਕਾਰ, ਦੇਖੋ ਹੰਕਾਰ ਦਾ ਵੀ ਹੰਕਾਰ। ਮੈਂ ਨਹੀਂ ਜੀ ਕਿਸੇ ਦੀ ਗੱਲ ਸੁਣਦਾ। ਕੋਈ ਬਹੁਤ ਸਿਆਣਪ ਹੈ, ਬੌਲਾ ਕਮਲਾ ਤੂੰ। ਮੈਂ ਨਹੀਂ ਜੀ ਮਿੱਠਾ ਬੋਲਿਆ ਕਦੇ, ਮੈਂ ਤੇ ਜੀ ਆਕੜ ਕੇ ਬੋਲਦਾ। ਲੋ ਵਾਹ ਵਾਹ ਸ਼ਾਬਾਸ਼, ਧੰਨ ਤੇਰੇ ਬਈ, ਸੋਚਣ ਵਾਲੀ ਗੱਲ ਹੈ। ਇਹ ਮੂਰਖਤਾਈ ਦਾ ਵੀ ਹੰਕਾਰ ਚੁੱਕੀ ਫਿਰਦਾ। ਮੈਂ ਨਹੀਂ ਜੀ ਬਖਸ਼ਿਆ ਕਿਸੇ ਨੂੰ, ਆਪਾਂ ਤੇ ਬਸ ਇੱਕ ਸਿਰੋਂ ਹੀ ਵੱਢੀ ਜਾਈਦਾ, ਜੋ ਬੋਲਤਾ ਵਾ ਉਹੀ ਲਾਈਦਾ। ਲੋਭੀ ਆ, ਲਾਲਚੀ ਆ, ਇੱਕ ਤੇ ਲੋਭੀ ਹੈ, ਉੱਤੋਂ ਹੰਕਾਰੀ ਹੈ। ਕਮ ਸੇ ਕਮ ਤੈਨੂੰ ਇਹ ਗੱਲ ਦਾ ਅਹਿਸਾਸ ਤਾਂ ਹੋਵੇ, ਫੀਲ ਤਾਂ ਹੋਵੇ ਕਿ ਮੈਂ ਗਲਤ ਕਰ ਰਿਹਾ, ਮੈਂ ਲੋਭ ਦੇ ਵਸ ਪੈ ਕੇ ਮੈਂ ਥੋੜ੍ਹਾ ਜਿਹਾ ਜ਼ਿਆਦਾ ਹੀ ਰੇਟ ਲਾਈ ਜਾਣਾ। ਮੇਰੇ ਤੋਂ ਉੱਤੇ ਗਲਤੀ ਹੋ ਗਈ, ਮੈਨੂੰ ਉੱਚਾ ਨਹੀਂ ਸੀ ਬੋਲਣਾ ਚਾਹੀਦਾ, ਮੈਂ ਉੱਚਾ ਬੋਲ ਪਿਆ। ਇਹ ਤਾਂ ਹੈ ਬੰਦਿਆਂ ਵਾਲੀ ਗੱਲ। ਪਰ ਆਮ ਤੌਰ 'ਤੇ ਨਾਲੇ ਗਲਤੀਆਂ ਕਰਨਾ, ਨਾਲੇ ਗਲਤੀ ਦਾ ਅੱਗੋਂ ਹੰਕਾਰ ਕਰਨਾ। ਬਿਨ ਗੁਣ ਗਰਬ ਕਰੰਤ। ਫਿਰ ਮਹਾਰਾਜ ਕਹਿੰਦੇ ਨਾਨਕ ਤੇ ਨਰ ਅਸਲ ਖਰ। ਇੱਕ ਤੇ ਗਧੇ ਉਹ ਤੁਰੇ ਫਿਰਦੇ ਆ ਜਿਹੜੇ ਭਾਰ ਚੁੱਕਦੇ ਆ ਲੋਕਾਂ ਦਾ। ਮਹਾਰਾਜ ਕਹਿੰਦੇ ਇੱਕ ਗਧੇ ਵਿਰਤੀ ਉਹ ਵੀ ਹੈ ਜਿਹੜਾ ਗੁਣ ਵੀ ਨਹੀਂ, ਕਰਿਆ ਵੀ ਔਗਣ ਹੈ, ਕੀਤੀ ਵੀ ਗਲਤੀ ਹੈ, ਅਤੇ ਉਹਦਾ ਵੀ ਅੱਗੋਂ ਮਾਣ ਕਰਕੇ ਬੈਠ ਗਿਆ। ਮਹਾਰਾਜ ਕਹਿੰਦੇ ਇਹ ਵੀ ਗਧੇ ਹੀ ਹੈ, ਗਧੇ ਬਿਰਤੀ ਹੈ ਇਹ, ਬਸ ਐਂ ਸਮਝ। ਹੈ ਮਨੁੱਖਾ ਜਨਮ ਕਰਤੂਤ ਪਸ਼ੂ ਕੀ ਮਾਨਸ ਜਾਤ। ਮਨੁੱਖਾ ਜਨਮ ਹੈ, ਪਸ਼ੂਆਂ ਵਾਲੀਆਂ ਕਰਤੂਤਾਂ ਹਨ ਜੇ ਆਹੀ ਕੁਝ ਕੀਤਾ। ਸਤਿਗੁਰੂ ਦੀ ਬਾਣੀ ਵਿੱਚ ਸਮਝਾਉਂਦੇ। ਇਸ ਲਈ ਇਹ ਸਾਡੇ ਸਾਰਿਆਂ ਵਿੱਚ ਬਿਰਤੀਆਂ ਨੇ। ਕਿਸੇ ਵਿੱਚ ਕੋਈ ਬਿਰਤੀ ਹੈ, ਕਿਸੇ ਵਿੱਚ ਬਿਰਤੀ ਤੌਰ 'ਤੇ। ਮਹਾਰਾਜ ਕਹਿੰਦੇ ਇਸ ਲਈ ਭਾਈ ਸਮਝੋ, ਲੋਭ ਅਭਿਮਾਨ ਬਹੁਤ ਹੰਕਾਰਾ, ਮਰ ਮਨ ਜਨਮੈ ਪਤ ਗਵਾਏ ਆਪਣੀ, ਬਿਰਥਾ ਜਨਮ ਗਵਾਵਣਿਆ। ਕਹਿੰਦੇ ਮਰੇਗਾ, ਜੰਮੇਗਾ, ਮਰੇਗਾ ਫਿਰ ਜੰਮੇਗਾ। ਇਨਸਾਨ ਆਪਣੀ ਪੱਤ, ਆਪਣੀ ਇੱਜ਼ਤ ਗਵਾ ਲਏਗਾ। ਅਤੇ ਮਹਾਰਾਜ ਕਹਿੰਦੇ ਇਹ ਇਨਸਾਨ ਆਪਣਾ ਪੂਰਾ ਜੀਵਨ ਬਿਰਥਾ ਹੀ ਵਿਅਰਥ ਹੀ ਗਵਾ ਲਏਗਾ। ਇਹਦਾ ਜਨਮ ਕਿਸੇ ਲੇਖੇ ਨਹੀਂ, ਐਵੇਂ ਹੀ ਚਲਾ ਜਾਏਗਾ। ਸਮੁੱਚਾ ਜੀਵਨ ਇਹ ਕਹਿੰਦੇ ਵਿਅਰਥ ਚਲਾ ਗਿਆ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ। ਗੁਰੂ ਦੇ ਸ਼ਬਦ ਨੂੰ ਕੋਈ ਵਿਰਲਾ ਇਨਸਾਨ ਇਹ ਸਮਝ ਪਾਉਂਦਾ ਬਈ। ਆਪ ਮਾਰੇ ਤਾਂ ਤ੍ਰਿਭਵਨ ਸੂਝੈ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ। ਗੁਰੂ ਦਾ ਸ਼ਬਦ ਗੁਰਬਾਣੀ ਸਮਝਾਉਂਦੀ ਹੈ ਬੰਦੇ ਨੂੰ ਵਾਰ-ਵਾਰ, ਪਰ ਵਿਰਲਾ ਹੀ ਬੰਦਾ ਉਹਦੀ ਗੱਲ ਸਮਝਦਾ। ਕਿਹੜਾ ਸੁਣਦਾ? ਸੁਣ ਕੇ ਹੀ ਨਹੀਂ ਰਾਜੀ, ਸੁਣੀਏ ਤੇ ਮੰਨਦਾ ਨਹੀਂ। ਤੇ ਬਿਰਲੇ ਹੀ ਹੈ ਜਿਹੜੇ ਉਹਨੂੰ ਬੁੱਝਦੇ ਆ, ਸੁਣਦੇ ਆ, ਸਮਝਦੇ ਆ, ਅੱਗੇ ਉਹਦੇ ਵਿੱਚ ਪਈ ਹੋਈ ਗੱਲ ਨੂੰ ਬੁੱਝਦੇ ਆ, ਰਹੱਸ ਨੂੰ। ਆਪ ਮਾਰੇ ਤਾਂ ਤ੍ਰਿਭਵਨ ਸੂਝੈ। ਜਦੋਂ ਗੁਰੂ ਦੇ ਅੱਗੇ ਆਪਾ ਮਾਰ ਕੇ, ਜਾਣੀ ਆਪਣੀ ਹਉਮੈ ਨੂੰ ਛੱਡ ਕੇ, ਆਪਣੀ ਮੱਤ ਨੂੰ ਤਿਆਗ ਕੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰੀਏ ਤਾਂ ਤ੍ਰਿਭਵਨ ਸੂਝੈ। ਅਤੇ ਤਿੰਨੇ ਭਵਨਾਂ ਦੇ ਮਾਲਕ ਵਾਹਿਗੁਰੂ ਦੀ ਸਮਝ ਪੈ ਜਾਂਦੀ, ਪਤਾ ਲੱਗ ਜਾਂਦਾ, ਸਮਝ ਪੈ ਜਾਂਦੀ ਕਿ ਵਾਹਿਗੁਰੂ ਦੀ ਸਾਰੀ ਖੇਡ ਕਿਵੇਂ ਪਸਾਰੀ ਆ। ਫਿਰ ਉਹ ਮਰੈ ਨਾ ਮਰਨਾ ਹੋਵੈ, ਸਹਿਜੇ ਸੱਚ ਸਮਾਵਣਿਆ। ਕਹਿੰਦੇ ਫਿਰ ਉਹ ਮਰੈ ਨਾ, ਫਿਰ ਨਹੀਂ ਮਰਦਾ, ਨਾ ਮਰਨਾ ਹੋਵੇ, ਨਾ ਉਹਦੀ ਮੌਤ ਹੋਣੀ ਹੈ। ਫਿਰ ਜਿਹੜਾ ਇੱਕ ਵਾਰ ਗੁਰੂ ਦੇ ਸ਼ਬਦ ਰਾਹੀਂ ਜਾਗ ਉੱਠਿਆ, ਜਿਹਨੂੰ ਜੀਵਨ ਮਿਲ ਗਿਆ ਗੁਰਬਾਣੀ ਦੇ ਰਾਹੀਂ, ਮਹਾਰਾਜ ਕਹਿੰਦੇ ਫਿਰ ਉਹ ਮਰਦਾ ਵੀ ਨਹੀਂ ਅਤੇ ਨਾ ਹੀ ਮਾਰਿਆ ਜਾ ਸਕਦਾ। ਇਹ ਕਹਿੰਦੇ ਸਹਿਜੇ ਸੱਚ ਸਮਾਵਣਿਆ। ਕਹਿੰਦੇ ਫਿਰ ਗੁਰੂ ਸ਼ਬਦ ਦੇ ਰਾਹੀਂ ਸਹਿਜੇ ਸਹਿਜੇ ਗਿਆਨ ਅਵਸਥਾ ਵਿੱਚ ਟਿਕ ਕੇ, ਨਾਮ ਵਿੱਚ ਟਿਕ ਕੇ, ਆਤਮਿਕ ਅਡੋਲਤਾ ਵਿੱਚ ਰਹਿ ਕੇ ਸੱਚੇ ਪਰਮੇਸ਼ਰ ਵਿੱਚ ਸਮਾ ਹੀ ਜਾਂਦਾ ਹੈ, ਉਹਦੇ ਵਿੱਚ ਅਭੇਦ ਹੋ ਜਾਂਦਾ ਹੈ। ਮਾਇਆ ਮਹਿ ਫਿਰ ਚਿੱਤ ਨਾ ਲਾਏ। ਫਿਰ ਮਾਇਆ ਦੇ ਵਿੱਚ ਰਹਿ ਕੇ ਵੀ ਉਹਦਾ ਚਿੱਤ ਮਾਇਆ 'ਚ ਨਹੀਂ ਲੱਗਦਾ, ਕਿੰਨੀ ਵੀ ਹੋਵੇ ਉਹਦੇ ਕੋਲ। ਬੜੇ ਗੁਰਸਿੱਖਾਂ ਨੂੰ ਮਹਾਰਾਜ ਨੇ ਬਹੁਤ ਦਿੱਤੀ ਆ, ਇੰਨੀ ਹੈ ਕਿ ਉਹਨੂੰ ਹਿਸਾਬ ਕਿਤਾਬ ਵੀ ਰੱਖਣ ਲਈ ਬੰਦੇ ਰੱਖਣੇ ਪੈਂਦੇ ਆ, ਮੁਨੀਮ ਰੱਖਣੇ ਪੈਂਦੇ ਆ, ਅੱਗੇ ਮੈਨੇਜਰ ਰੱਖਣੇ ਪੈਂਦੇ ਮੈਨੇਜਮੈਂਟ ਕਰਨ ਦੇ ਲਈ। ਇੰਨੀ ਹੈ, ਉਹਨੂੰ ਆਪ ਨੂੰ ਪਤਾ ਵੀ ਨਹੀਂ ਵੀ ਕਿੰਨੀ ਆਈ ਕਿੰਨੀ ਗਈ, ਇੰਨੀ।
ਪਰ ਇੰਨਾ ਹੋਣ ਦੇ ਬਾਵਜੂਦ ਵੀ ਉਹਨਾਂ 'ਤੇ ਉਹਨਾਂ ਦਾ ਪ੍ਰਭਾਵ ਹੀ ਨਹੀਂ, ਉਹਦਾ ਚਿੱਤੇ ਨਹੀਂ ਲਾਉਂਦੇ। ਮਾਇਆ ਮੈਂ ਫਿਰ ਚਿੱਤ ਨਾ ਲਾਏ, ਗੁਰ ਕੈ ਸ਼ਬਦ ਸਦ ਰਹਿ ਸਮਾਏ। ਉਹ ਤਾਂ ਜਦੋਂ ਦੇਖੋ ਹੱਥ ਵਿੱਚ ਗੁਟਕਾ ਸਾਹਿਬ ਹੈ, ਹੱਥ ਵਿੱਚ ਪੋਥੀ ਹੈ, ਜਦੋਂ ਦੇਖੋ ਵਾਹਿਗੁਰੂ 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 ਬਾਣੀ ਪੜ੍ਹਦੇ ਆ। ਇਹੋ ਜਿਹੇ ਵੀ ਆ, ਬਹੁਤ ਹੈ, ਮਹਾਰਾਜ ਨੇ ਦਿੱਤਾ ਹੈ, ਪਰ ਫਿਰ ਵੀ ਇੱਧਰ ਨੂੰ ਜੁੜਦੇ ਆ। ਸੱਚ ਸਲਾਹੇ ਸਭ ਘਟੇ ਅੰਤਰ, ਸੱਚੋ ਸੱਚ ਸੁਹਾਵਣਿਆ। ਮਹਾਰਾਜ ਕਹਿੰਦੇ ਉਹਨਾਂ 'ਤੇ ਫਰਕ ਨਹੀਂ ਪੈਂਦਾ, ਬਹੁਤੀ ਆ ਤਾਂ ਵੀ, ਨਹੀਂ ਵੀ ਤਾਂ ਵੀ। ਭਗਤ ਰਵਿਦਾਸ ਦੇ ਘਰ ਬਹੁਤੀ ਨਹੀਂ ਸੀ, ਇਹ ਥੋੜ੍ਹੀ ਸੀ। ਭਾਈ ਗੁਰਦਾਸ ਜੀ ਲਿਖਦੇ ਆ, ਪਾਣਾ ਗੰਢੇ ਰਾਹ ਵਿੱਚ, ਰਸਤੇ ਵਿੱਚ ਜੁੱਤੀਆਂ ਗੰਢਦੇ ਸਨ। ਗਰੀਬੀ ਸੀ, ਪਰ ਇੱਕ ਸਾਧੂ ਉਹਨਾਂ ਨੂੰ ਪਾਰਸ ਦੀ ਵੱਟੀ ਦੇ ਗਿਆ। ਕਹਿੰਦਾ ਲਓ ਰਵਿਦਾਸ ਜੀ, ਝੋਪੜੀ 'ਚ ਰਹਿੰਦੇ ਹੋ, ਗਰੀਬੀ ਬੜੀ ਹੈ, ਆ ਲਓ ਇੱਕ ਪਾਰਸ ਦੀ ਵੱਟੀ, ਪੱਥਰ ਤੁਹਾਨੂੰ ਦੇ ਦਿੰਦੇ ਆ, ਇਹਨੂੰ 8 ਧਾਂਤਾਂ 'ਚੋਂ ਜਿਹਦੇ ਨਾਲ ਲਾਓਗੇ ਸੋਨਾ ਬਣਾ ਦੇਗੀ। ਉਹ ਆਪ ਸਾਧੂ ਤੀਰਥਾਂ ਤੂਰਥਾਂ ਦੇ ਰਟਣ ਚੱਲਾ ਗਿਆ ਅਤੇ ਅੱਗੇ 6-7 ਮਹੀਨੇ ਮੁੜ ਕੇ ਆਇਆ। ਉਹਦੇ ਮਨ 'ਚ ਖਿਆਲ ਸੀ, ਖੌਰੇ ਰਵਿਦਾਸ ਨੇ ਤੇ ਵੱਡੇ ਵੱਡੇ ਮਹਿਲ ਬਣਾ ਲਏ ਹੋਣੇ। ਉਹ ਆਇਆ, ਵੇਖਿਆ ਤੇ ਰਵਿਦਾਸ ਜੀ ਉੱਥੇ ਹੀ ਆਪਣੀ ਆਰੇ ਦੇ ਨਾਲ, ਰੰਬੀ ਦੇ ਨਾਲ ਤੋਪੇ ਲਾਈ ਜਾਂਦੇ ਆ, ਗੰਢੀ ਜਾਂਦੇ ਆ ਸੂਏ ਦੇ ਨਾਲ। ਉਹ ਆ ਕੇ ਪੁੱਛਦਾ, ਰਵਿਦਾਸ ਜੀ ਉਹ ਪਾਰਸ ਦੀ ਵੱਟੀ ਕਿੱਥੇ ਆ? ਬੜੀ ਮਾਇਆ ਬਣ ਜਾਣੀ ਸੀ। ਉਹ ਕਹਿੰਦੇ ਕਿਹੜੀ, ਮੇਰੇ ਤਾਂ ਯਾਦ ਨਹੀਂ। ਉਹ ਕਹਿੰਦੇ ਤੁਹਾਨੂੰ ਉੱਥੇ ਦੇ ਕੇ ਤਾਂ ਗਿਆ ਸੀ ਮੈਂ, ਉੱਥੇ ਪਈ ਸੀ ਫਲਾਣੀ ਜਗ੍ਹਾ। ਕਹਿੰਦੇ ਜਾ ਕੇ ਵੇਖ ਲੈ, ਫਿਰ ਉੱਥੇ ਹੀ ਨਾ ਹੋਵੇ। ਜਦੋਂ ਜਾ ਕੇ ਵੇਖੀ ਉੱਥੇ ਹੀ ਪਈ। ਜਣੀ ਇਹ ਜ਼ਰੂਰੀ ਨਹੀਂ ਵੀ ਉਹਨਾਂ ਕੋਲ ਬਹੁਤ ਜ਼ਿਆਦਾ ਹੋਵੇ, ਇਹ ਬੰਦੇ ਦੇ ਮਨ 'ਚ ਸ਼ੰਕਾ ਉੱਠੂ ਜੀ, ਉਹਨੇ ਫਿਰ ਉਹ ਤਾਂ ਪੜ੍ਹ ਸਕਦਾ ਜੀ ਬਾਣੀ, ਜਿਹਦੇ ਕੋਲ ਵਾਧੂ ਆ ਤਾਂ ਜਿੰਨੀ ਮਰਜ਼ੀ ਬਾਣੀ ਪੜ੍ਹੀ ਜਾਵੇ। ਇਹ ਵੀ ਮਨ ਦੇ ਫੁਰਨੇ ਹੀ ਹੈ, ਸਵਾਲ ਹੈ। ਜਿਹਦੇ ਕੋਲ ਨਹੀਂ ਵੀ, ਉਹਨੇ ਵੀ ਬਥੇਰੀ ਪੜ੍ਹ ਲਈ, ਉਹਨੇ ਵੀ ਬਥੇਰਾ ਜਪ ਲਿਆ। ਕਬੀਰ ਜੀ ਦਾ ਜੀਵਨ ਕਿਤੇ ਪੜ੍ਹੋ। ਕਬੀਰ ਜੀ ਦੇ ਘਰ ਦੀ ਹਾਲਤ ਇਹ ਸੀ, ਕਈ ਵਾਰ ਸਾਧੂ ਆ ਜਾਂਦੇ, ਪ੍ਰਸ਼ਾਦੇ ਉਹਨੇ ਘੁੰਦੇ ਸਨ। ਘਰ ਦੇ 4 ਜੀ ਸਨ, ਆਪ ਸਨ ਕਬੀਰ ਜੀ, ਉਹਨਾਂ ਦੀ ਪਤਨੀ ਸੀ, 2 ਬੱਚੇ ਸਨ, ਕਮਾਲਾ ਕਮਾਲੀ, ਇੱਕ ਮਾਤਾ ਵੀ ਸੀ 5ਵੀਂ, ਪਿਤਾ ਚੜ੍ਹਾਈ ਕਰ ਗਏ ਸਨ ਪਹਿਲਾਂ। ਉਹਨਾਂ ਨੂੰ ਕਈ ਵਾਰ ਘਰੇ ਪ੍ਰਸ਼ਾਦੇ ਉਹਨੇ ਘੋਣੇ ਵੀ 2-2 ਪ੍ਰਸ਼ਾਦੇ ਮਿਲਣੇ। ਉਹ ਸਾਧੂ ਆ ਜਾਣੇ, ਪ੍ਰਸ਼ਾਦੇ ਉਹਨਾਂ ਨੂੰ ਦੇ ਦੇਣੇ। ਘਰ ਦੇ ਜੀਆਂ ਨੂੰ ਛੋਲੇ ਚੱਬ ਕੇ ਪਾਣੀ ਪੀ ਕੇ ਗੁਜ਼ਾਰਾ ਕਰਨਾ ਪੈਂਦਾ ਸੀ, ਪ੍ਰਸ਼ਾਦਾ ਨਹੀਂ ਸੀ ਮਿਲਦਾ, ਢਿੱਡ ਭਰਮਾ। ਮੰਜੇ ਉਨੇ ਸਨ ਜਿੰਨੇ ਜੀ ਸਨ। ਕੋਈ ਪ੍ਰੇਮੀ ਆ ਜਾਂਦਾ, ਉਹਨੂੰ ਮੰਜਾ ਦਿੰਦੇ ਤੇ ਘਰ ਦੇ ਥੱਲੇ ਸੌਂਦੇ ਸਨ। ਬਾਣੀ 'ਚ ਲਿਖਿਆ ਇਹ, ਮੂੰਡ ਪਲੋਸ ਕਮਰ ਬੱਧ ਪੋਥੀ। ਕਹਿੰਦੇ ਘਰ ਦੇ ਜੀ ਕਹਿੰਦੇ ਆ, ਸਿਰ 'ਤੇ ਹੱਥ ਮਾਰਦੇ ਤੇ ਕਮਰ ਨਾਲ ਪੋਥੀਆਂ ਬੰਨੀ ਸਾਧ ਆ ਜਾਂਦੇ ਆ, ਨਿੱਤ ਦਾ ਕੰਮ ਹੈ। ਮੂੰਡ ਪਲੋਸ ਕਮਰ ਬੱਧ ਪੋਥੀ, ਹਮ ਕੋ ਚਾਬਣ ਉਨ ਕੋ ਰੋਟੀ। ਸਾਨੂੰ ਛੋਲੇ ਚੱਪਣੇ ਪੈਂਦੇ, ਉਹਨਾਂ ਨੂੰ ਰੋਟੀ। ਤੇ ਅੱਗੇ ਕਹਿੰਦੇ 1-2 ਮੰਦਰ 1-2 ਬਾਟ। ਇਹ ਨਹੀਂ ਵੀ ਸਾਲ 6 ਮਹੀਨਿਆਂ ਬਾਅਦ ਹੁੰਦੀ ਸੀ ਗੱਲ। 1-2 ਪ੍ਰਾਹੁਣੇ ਇਹ ਘਰੇ ਬੈਠੇ ਰਹਿੰਦੇ, 1-2 ਹਜੇ ਰਾਹ 'ਚ ਆ ਰਹੇ ਹੁੰਦੇ ਸਨ। 1-2 ਮੰਦਰ 1-2 ਬਾਟ, ਹਮ ਕੋ ਸਾਥਰ ਉਨ ਕੋ ਖਾਟ। ਸਾਨੂੰ ਧਰਤੀ ਜ਼ਮੀਨ ਮਿਲਦੀ ਹੈ ਤੇ ਉਹਨਾਂ ਨੂੰ ਕਹਿੰਦੇ, ਕਬੀਰ ਜੀ ਕਹਿੰਦੇ ਆਪਾਂ ਥੱਲੇ ਸੌਵਾਂਗੇ, ਮੰਜੇ ਇਹਨਾਂ ਨੂੰ ਦੇ ਦਿਓ। ਪਰ ਕਿਤੇ ਇੰਨੀ ਗਰੀਬੀ ਦੇ ਕਾਰਨ ਕਬੀਰ ਜੀ ਦੇ ਮਨ 'ਚ ਸ਼ਿਕਵਾ ਨਹੀਂ ਆਇਆ ਕਿ ਜੇ ਮੇਰੇ ਕੋਲ ਬਹੁਤ ਹੁੰਦੀ ਨਾ, ਘਰ ਦਾ ਕੰਮ ਜਾਂ ਕਿਤੇ ਸੈੱਟ ਹੁੰਦਾ ਤਾਂ ਫਿਰ ਜਪ ਲੈਣੀ ਸੀ ਮਾਲਾ। ਇਹ ਨਹੀਂ ਸੈੱਟ ਹੁੰਦਾ। ਇਹ ਤਾਂ ਵੱਡਿਆਂ ਦਾ ਨਹੀਂ ਹੋਇਆ। ਕਿਤੇ ਕੋਈ ਭੁਲੇਖੇ 'ਚ ਹੋਵੇ ਵੀ ਇਹ ਸੈੱਟ ਹੋ ਜਾਂਦੇ ਆ। ਇਹ ਤਾਂ ਜਿਨ੍ਹਾਂ ਕੋਲ ਲੱਖ ਕਰੋੜੇ ਜੋੜੇ, ਮਨ ਨਾ ਹੋ ਰਹੇ, ਪਰੇ ਪਰੇ ਕੋ ਲੁੱਝੀ ਹੈ। ਇਹ ਤਾਂ ਬੰਦਾ ਮਰਦਾ ਮਰ ਜਾਂਦਾ, ਇਹ ਸੈਟਿੰਗ ਨਹੀਂ ਬਹਿੰਦੀ ਕਿਤੇ। ਇਹ ਤਾਂ ਜੇ ਬਿਠਾਉਣੀ ਆ ਹੁਣੇ ਬਿਠਾ ਲਓ। ਜਿੱਦਾਂ ਦੇ ਹਾਲਾਤ ਨੇ ਉਹਨਾਂ ਦੇ ਵਿੱਚ ਦੀ ਲੱਗੇ ਰਹੋ ਬਸ। ਆਪਣਾ ਨੇਮ ਨਹੀਂ ਛੱਡਣਾ, ਆਪਣਾ ਸਿਮਰਨ ਨਹੀਂ ਛੱਡਣਾ। ਆਪਣਾ ਜਿਹੜਾ ਟਾਈਮ ਹੈ ਨਾ 2.5 ਘੰਟੇ ਦਾ, ਉਹ ਜ਼ਰੂਰ ਲਾਓ। ਅਤੇ ਉਹਦੇ ਵਿੱਚ ਇੱਕ ਗੱਲ ਹੋਰ ਵੀ ਹੈ ਨਾਲ, ਚਲੋ ਜੇ ਤੁਸੀਂ ਇੱਧਰਲੇ ਪਾਸੇ ਨੂੰ ਲੱਗ ਜਾਓਗੇ, ਜਿਹਨੇ ਦੀਨ ਨੂੰ ਸਾਂਭ ਲਿਆ ਉਹਦੀ ਦੁਨੀਆ ਵੀ ਸਵਰ ਜਾਂਦੀ। ਇਹ ਵੀ ਗੱਲ ਨਾਲ ਹੈ। ਭਗਤ ਰਵਿਦਾਸ ਜੀ ਦਾ ਜੀਵਨ ਮੈਂ ਤੁਹਾਨੂੰ ਉਹਨਾਂ ਦੀ ਉਦਾਹਰਨ ਦਿੱਤੀ, ਪਰ ਦੁਨੀਆ
ਅੰਤ ਨੂੰ ਉਹਨਾਂ ਦੇ ਪੈਰਾਂ ਤੇ ਡਿੱਗੀ, ਵੱਡੇ ਵੱਡੇ ਰਾਜੇ ਉਹਨਾਂ ਦੇ ਅੱਗੇ ਝੁਕੇ। ਭਗਤ ਕਬੀਰ ਜਿਨ੍ਹਾਂ ਦੀ ਉਦਾਹਰਨ ਦਿੱਤੀ ਤੇ ਆਖਰ ਐਸਾ ਸਮਾਂ ਆਇਆ ਭਗਤ ਕਬੀਰ ਦੇ ਅੱਗੇ ਦੁਨੀਆ ਨੂੰ ਝੁਕਣਾ ਪਿਆ ਤੇ ਕਬੀਰ ਉੱਚਾ ਹੋ ਗਿਆ। ਨਾਮ ਜਪਣ ਵਾਲੇ ਨੂੰ ਕਦੇ ਨੀਵਾਂ ਰਹਿਣ ਨਹੀਂ ਦਿੰਦਾ, ਬਸ਼ਰਤੇ ਉਹ ਬੇਸ਼ਰਤ ਹੋ ਕੇ ਨਾਮ ਜਪੇ। ਸ਼ਰਤ ਹੀ ਹੈ ਕਿ ਉਹ ਕੋਈ ਸ਼ਰਤ ਨਾ ਰੱਖੇ, ਉਹ ਕੋਈ ਚਲਾਕੀਆਂ ਨਾ ਕਰੇ, ਬਹਾਨੇਬਾਜ਼ੀ ਨਾ ਕਰੇ। ਮਹਾਰਾਜ ਕਹਿੰਦੇ ਭਾਈ ਜਿਹੜਾ ਬੰਦਾ ਗੁਰੂ ਦੇ ਸ਼ਬਦ ਨਾਲ ਜੁੜਦਾ, ਫਿਰ ਕਹਿੰਦੇ ਮਾਇਆ ਮੈਂ ਫਿਰ ਚਿੱਤ ਨਾ ਲਾਏ, ਗੁਰ ਕੈ ਸ਼ਬਦ ਰਹਿ ਸਮਾਏ, ਸੱਚ ਸਲਾਹੇ ਸਭ ਘਟ ਅੰਤਰ, ਸੱਚੋ ਸੱਚ ਸੁਹਾਵਣਿਆ। ਗੁਰੂ ਦੇ ਸ਼ਬਦ ਵਿੱਚ ਜੁੜਿਆ ਰਹਿੰਦਾ ਤੇ ਮਹਾਰਾਜ ਕਹਿੰਦੇ ਸੱਚ ਨੂੰ ਸਲਾਹੁੰਦਾ ਹੈ, ਸਾਰੇ ਹਿਰਦਿਆਂ ਵਿੱਚ ਉਹਨੂੰ ਉਹੀ ਦਿਸਦਾ ਹੈ ਤੇ ਉਹ ਹਰ ਵੇਲੇ ਸੱਚੇ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਸੁਹਾਵਣਿਆ ਸੋਹਣਾ ਲੱਗਦਾ ਹੈ ਤੇ ਵਾਹਿਗੁਰੂ ਦਾ ਨਾਮ ਉਹਨਾਂ ਨੂੰ ਸੋਹਣਾ ਬਣਾ ਦਿੰਦਾ ਹੈ। ਸੱਚ ਸਲਾਹੀ ਸਦਾ ਹਜੂਰੇ, ਸੱਚੇ ਦਾ ਨਾਮ ਜਪੋ, ਉਹ ਵਾਹਿਗੁਰੂ ਤੁਹਾਡੇ ਨਾਲ ਹੈ, ਤੁਹਾਨੂੰ ਛੱਡ ਕੇ ਨਹੀਂ ਕਿਤੇ ਗਿਆ, ਅੱਜ ਵੀ ਨਾਲ ਹੈ। ਕਿਤੇ ਕੋਈ ਭੁਲੇਖੇ ਵਿੱਚ ਹੋਵੇ ਵੀ ਚਲਾ ਗਿਆ ਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਵੀ ਇਤਿਹਾਸ ਪੜ੍ਹੋ, ਕਿਤੇ ਪੜ੍ਹਨ ਦੀ ਆਦਤ ਪਾਓ। ਪ੍ਰਿੰਸੀਪਲ ਸਤਵੀਰ ਸਿੰਘ ਹੋਣੀ ਕਿਸੇ ਪੁਸਤਕ ਦਾ ਹਵਾਲਾ ਦੇ ਕੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਜੀਵਨ ਲਿਖਿਆ, ਉਹਦੇ ਵਿੱਚ ਉਹਨੇ ਇੱਕ ਆਖਿਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ 5 ਪਿਆਰਿਆਂ ਤੋਂ ਲਿਆ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਮੇਰੇ ਲਈ ਕੀ ਰਹਿਤ ਹੈ। ਉਹ ਲਿਖਦੇ ਆ ਕਿ ਮਹਾਰਾਜ ਨੂੰ 5 ਪਿਆਰਿਆਂ ਆਖਿਆ ਮਹਾਰਾਜ ਬਾਕੀ ਦੀਆਂ ਰਹਿਤਾਂ ਤੇ ਸਾਡੀ ਵਾਲੀਆਂ ਤੁਹਾਡੀਆਂ ਪੂਰੀਆਂ ਹੀ ਨੇ, ਜੋ ਤੁਸੀਂ ਸਾਨੂੰ ਦਿੱਤੀਆਂ ਨੇ ਉਹ ਤੇ ਪੂਰੀਆਂ ਹੀ ਨੇ। 5 ਕਕਾਰਾਂ ਦਾ ਜੋ 4 ਵਜਰ ਰਹਿਤਾਂ ਨੇ, ਜੋ ਕੁਝ ਵੀ ਆ ਉਹ ਤਾਂ ਤੁਹਾਡੇ ਉੱਤੇ ਵੀ ਉਹੀ ਲਾਗੂ ਹੁੰਦਾ, ਪਰ ਤੁਹਾਡੇ ਤੇ ਇੱਕ ਵੱਧ ਲਾਗੂ ਹੁੰਦੀ ਆ, ਇੱਕ ਤੁਹਾਡੇ ਤੇ ਵੱਧ। ਹੱਥ ਜੋੜ ਕੇ ਕਹਿਣ ਲੱਗੇ ਕੀ 5 ਪਿਆਰੇ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ ਸਾਹਿਬ ਹੋਣੀ, ਪੰਜੇ ਕਹਿਣ ਲੱਗੇ ਇੱਕ ਉਹ ਇਹ ਵੱਧ ਹੁੰਦੀ ਤੁਸੀਂ ਆਪਣੇ ਖਾਲਸੇ ਨੂੰ ਕਦੇ ਇਕੱਲਾ ਨਹੀਂ ਛੱਡਣਾ। ਇਹ ਗੁਰੂ ਗੋਬਿੰਦ ਸਿੰਘ ਨਾਲ ਬਚਨ ਹੋਇਆ ਅੰਮ੍ਰਿਤ ਛਕਾਉਣ ਤੋਂ ਪਹਿਲਾਂ। ਉਹਨਾਂ ਬਚਨ ਕੀਤਾ ਮੈਂ ਵਾਅਦਾ ਕਰਦਾ, ਮੈਂ ਬਚਨ ਦਿੰਦਾ 5 ਪਿਆਰਿਓ, ਮੇਰੇ ਖਾਲਸੇ ਨੂੰ, ਮੇਰੇ ਪੁੱਤ ਨੂੰ ਮੈਂ ਦੁਨੀਆ 'ਤੇ ਜਿੱਥੇ ਮਰਜ਼ੀ ਹੋਵੇ ਕਦੇ ਇਕੱਲਾ ਨਹੀਂ ਛੱਡਣਾ। ਅਤੇ ਤੁਸੀਂ ਘਬਰਾਉਂਦੇ ਕਿਉਂ ਫਿਰ? ਜਿਹਦੇ ਨਾਲ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹਨੂੰ ਆਪਣੀ ਧੀ ਬਣਾ ਲਿਆ, ਆਪਣਾ ਪੁੱਤ ਬਣਾ ਲਿਆ, ਉਹ ਕਿਤੇ ਇਕੱਲਾ ਛੱਡ ਦੂ? ਉਹ ਤਾਂ ਇੱਕ ਆਮ ਦੁਨਿਆਵੀ ਮਾਂ ਨੂੰ ਵੀ ਇਹ ਪਤਾ ਮੇਰੇ ਬੱਚੇ ਨੂੰ ਦੁੱਖ ਤਕਲੀਫ ਹੈ, ਉਹ ਆਪਣੇ ਦਿਲ ਨਾਲ ਲਾਉਂਦੀ ਆਪਣੇ ਧੀ ਪੁੱਤ ਨੂੰ। ਇਹ ਦੁਨੀਆ ਦਾ ਪਿਤਾ, ਸਭ ਤੋਂ ਵੱਡਾ ਤਾਕਤਵਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਅਤੇ ਉਹਦੇ ਧੀ ਪੁੱਤ ਨੂੰ ਕਿਤੇ ਸਾਧ ਸੰਗਤ ਜੀ ਦੁੱਖ ਆਉਂਦਾ, ਗੱਲ ਇੰਨੀ ਅਸੀਂ ਬਣਦੇ ਹੀ ਨਹੀਂ ਉਹਦੇ ਧੀ ਪੁੱਤ। ਅਸੀਂ ਤਾਂ ਵਿਦਾਵੇ ਗਲਾਂ 'ਚ ਲਟਕਾਏ ਹੋਏ ਹੈ। ਅਸੀਂ ਕਹਿੰਦੇ ਹਾਂ ਵੀ ਤੂੰ ਸਾਡਾ ਗੁਰੂ ਹੈ ਹੀ ਨਹੀਂ, ਉਹ ਕਹੇ ਵੀ ਨਾ ਤੁਸੀਂ ਮੇਰੇ ਹੋ, ਅਤੇ ਅਸੀਂ ਕਹਿੰਦੇ ਹਾਂ ਅਸੀਂ ਨਹੀਂ ਮੰਨਦੇ, ਜਾਓ ਅਸੀਂ ਸਿੱਖੀ ਛੱਡੀਆਂ, ਉਹ ਕਹਿੰਦੇ ਹਾਂ ਅਸੀਂ ਅੱਜ ਦਾਅਵੇ ਨਾਲ। ਆ ਇੱਕ ਮੂਰਖ ਪਿਛਲੇ ਦਿਨੀ ਫੇਸਬੁੱਕ 'ਤੇ ਔਨਲਾਈਨ ਹੋ ਕੇ ਕੇਸ ਕਤਲ ਕਰਦਾ ਫਿਰਦਾ, ਕਹਿੰਦਾ ਲਓ ਜਥੇਦਾਰੋ ਸਾਹਮੋ ਤੁਹਾਡੀ ਸਿੱਖੀ। ਉਹ ਜਥੇਦਾਰ ਨੇ ਦਿੱਤੀ ਸਿੱਖੀ? ਜਥੇਦਾਰ ਦੀ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ। ਜਥੇਦਾਰ ਤੇ 50 ਆਏ ਤੇ 50 ਨੇ ਹੋਰ ਆ ਜਾਣਾ, ਆਪੋ ਆਪਣਾ ਕੰਮ ਕਰਕੇ ਚਲੇ ਗਏ। ਕਿਸੇ ਦਾ ਚੰਗਾ ਹੈ ਕਾਰਗੁਜ਼ਾਰੀ, ਕਿਸੇ ਦੀ ਮਾੜੀ ਹੈ, ਇਨਸਾਨ ਹੈ, ਇਨਸਾਨਾਂ ਤੋਂ ਗਲਤੀਆਂ ਹੁੰਦੀਆਂ ਨੇ, ਪਰ ਤੂੰ ਉਹਨਾਂ ਨਾਲ ਫਾਈਟ ਕਰ, ਲੜ ਉਹਨਾਂ ਦੀਆਂ ਗਲਤੀਆਂ ਲਈ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕੇਸ ਨਹੀਂ ਕਤਲ ਕਰਾ ਸਕਦਾ, ਤੈਨੂੰ ਕੀ ਅਧਿਕਾਰ ਹੈ? ਪਰ ਤੂੰ ਅੰਦਰੋਂ ਇੰਨਾ ਚੋਰ ਹੈ, ਅੰਦਰੋਂ ਇੰਨਾ ਬੇਈਮਾਨ ਹੈ, ਦੂਜਿਆਂ ਦੀ ਗਲਤੀ ਦਾ ਭਾਂਡਾ ਭੰਨ ਕੇ ਦੂਜਿਆਂ ਦੇ ਸਿਰ 'ਤੇ ਮਹਾਰਾਜ ਦੀ ਸਿੱਖੀ ਤੋਂ ਤਲਾਂਜਲੀ ਦੇ ਰਿਹਾ। ਤੂੰ ਸਿੱਖ ਨਹੀਂ ਹੋ ਸਕਦਾ, ਤੂੰ ਬੇਈਮਾਨ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੁਰ ਕਾ ਸ਼ਬਦ ਰਹਿਆ ਭਰਪੂਰੇ। ਜੇ ਗੁਰੂ ਦੇ ਸ਼ਬਦ ਨਾਲ ਜੁੜੇਗਾ ਨਾ ਤੇ ਫਿਰ ਸੱਚ ਸਲਾਹੀ ਸਦਾ ਹਜੂਰੇ, ਉਹ ਤੇਰੇ ਨਾਲ ਹੀ ਹੈ ਹਮੇਸ਼ਾ। ਉਹਨੇ ਤੇ ਬਚਨ ਕੀਤਾ, ਮਾਤਾ ਸਾਹਿਬ ਕੌਰ ਤੇਰੇ ਨਾਲ ਹੈ, ਮਾਂ ਬਣਾਈ ਸੀ, ਮਾਂ ਨਾਲ ਹੈ, ਪਿਓ ਨਾਲ ਹੈ। ਕਹਿੰਦੇ ਗੁਰ ਕਾ ਸ਼ਬਦ ਰਹਿਆ ਭਰਪੂਰੇ, ਗੁਰੂ ਦੇ ਸ਼ਬਦ ਨਾਲ ਜੁੜੋ, ਉਹ ਹਮੇਸ਼ਾ ਹੀ ਹੈ, ਤੇਰੇ ਨਾਲ ਹੈ, ਹਰ ਵੇਲੇ ਹੈ। ਗੁਰ ਪ੍ਰਸਾਦੀ ਸੱਚ ਨਦਰੀ ਆਵੈ,
ਗੁਰੂ ਦੀ ਕਿਰਪਾ ਨਾਲ ਸੱਚ ਨਜ਼ਰ ਆ ਜਾਏਗਾ। ਸੱਚੇ ਹੀ ਸੁੱਖ ਪਾਵਣਿਆ, ਸੱਚੇ ਨਾਮ ਨਾਲ ਜੁੜਨ ਵਾਲੇ ਸੁੱਖ ਪਾਉਣਗੇ। ਸੱਚ ਮਨ ਅੰਦਰ ਰਹਿਆ ਸਮਾਏ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਸਮਾ ਗਿਆ, ਸਦਾ ਸੱਚ ਨਿਹਚਲ ਆਵੈ ਨਾ ਜਾਏ। ਉਹਨਾਂ ਦੇ ਮਨ ਅੰਦਰ ਸੱਚ ਸਮਾ ਗਿਆ, ਉਹ ਸਦਾ ਸੱਚੇ ਨਾਲ ਜੁੜ ਕੇ ਨਿਹਚਲ ਹੋ ਗਏ। ਉਹ ਫਿਰ ਆਵੈ ਨਾ ਜਾਏ, ਜਾਣੀ ਆਉਂਦੇ ਜਾਂਦੇ ਜੰਮਦੇ ਮਰਦੇ ਨਹੀਂ। ਫਿਰ ਸੱਚੇ ਲਾਗੈ ਸੋ ਮਨ ਨਿਰਮਲ, ਜਿਹੜੇ ਸੱਚੇ ਨਾਮ ਨਾਲ ਜੁੜ ਗਏ ਉਹਨਾਂ ਦਾ ਮਨ ਨਿਰਮਲ ਹੈ। ਗੁਰਮਤੀ ਸੱਚ ਸਮਾਵਣਿਆ, ਗੁਰੂ ਦੀ ਮੱਤ ਨਾਲ ਜੁੜ ਕੇ ਸੱਚ ਵਿੱਚ ਸਮਾ ਜਾਏਗਾ। ਸੱਚ ਸਾਲਾਹੀ ਅਵਰ ਨਾ ਕੋਈ, ਓਏ ਸੱਚੇ ਨਾਮ ਨੂੰ ਜਪੋ ਪਿਆਰਿਓ, ਉਹਦੇ ਲੜ ਲੱਗੋ ਗੁਰਮੁਖੋ, ਅਵਰ ਨਾ ਕੋਈ, ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ। ਕਹਿੰਦੇ ਜਿਤ ਸੇਵਿਐ ਸਦਾ ਸੁਖ ਹੋਈ, ਆਖਰੀ ਪੰਕਤੀ ਹੈ। ਕਹਿੰਦੇ ਉਹਦੀ ਸੇਵਾ ਕਰੋ, ਉਹਦੇ ਨਾਲ ਜੁੜੋ ਤਾਂ ਫਿਰ ਤੁਹਾਨੂੰ ਸਦਾ ਹੀ ਸੁਖ ਹੋਵੇਗਾ। ਨਾਨਕ ਨਾਮ ਰਤੇ ਵਿਚਾਰੀ, ਸੱਚੋ ਸੱਚ ਕਮਾਵਣਿਆ। ਮਹਾਰਾਜ ਕਹਿੰਦੇ ਨਾਮ ਵਿੱਚ ਰੰਗੇ ਹੋਏ ਗੁਰਮੁਖੋ, ਉਹ ਵਿਚਾਰਵਾਨ ਪੁਰਸ਼ ਸੱਚੋ ਸੱਚ ਕਮਾਵਣਿਆ, ਉਹ ਸੱਚੇ ਹੋ ਗਏ ਅਤੇ ਸੱਚੇ ਨਾਮ ਦੀ ਕਮਾਈ ਕਰਦੇ ਹਨ। ਉਹਨਾਂ ਗੁਰਮੁਖਾਂ ਦੇ ਲੋਕ ਸੁਖੀਏ ਅਤੇ ਪ੍ਰਲੋਕ ਸੁਹੇਲੇ ਹੋ ਗਏ। ਇਹ ਗੁਰੂ ਸਾਹਿਬ ਨੇ ਸ਼ਬਦ ਅੰਦਰ ਬਖਸ਼ਿਸ਼ ਕਰ ਦਿੱਤੀ ਹੈ। ਇੱਥੇ ਹੀ ਸ਼ਬਦ ਦੀ ਸੰਪੂਰਨਤਾ ਹੈ, ਸਮੇਂ ਦੀ ਸਮਾਪਤੀ ਹੈ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਵਿਖੇ ਦੂਰੋਂ ਨੇੜੇ ਚੱਲ ਕੇ ਆਈਆਂ, ਸਮੂਹ ਸੰਗਤ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਸ਼੍ਰੀ ਨਾਢਾ ਸਾਹਿਬ ਵਿਖੇ ਪਹੁੰਚਣ ਉੱਤੇ ਸਾਡੀ ਸਮੁੱਚੀ ਮੈਨੇਜਮੈਂਟ ਵੱਲੋਂ ਜਿਉਂ ਆਇਆਂ ਨੂੰ। ਗੁਰੂ ਸਾਹਿਬ ਆਪ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਹਰੇਕ ਪੂਰਨਮਾਸ਼ੀ ਦੇ ਉੱਤੇ ਖੰਡੇ ਵਾਟੇ ਦਾ ਅੰਮ੍ਰਿਤ ਤਿਆਰ ਹੁੰਦਾ। ਜਿਨ੍ਹਾਂ ਪ੍ਰੇਮੀਆਂ ਨੇ ਭਾਈ ਅੰਮ੍ਰਿਤ ਨਹੀਂ ਛਕਿਆ, ਉਹ ਹਰੇਕ ਪੂਰਨਮਾਸ਼ੀ ਨੂੰ ਇੱਥੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਅੰਮ੍ਰਿਤ ਤਿਆਰ ਹੁੰਦਾ ਹੀ ਹੈ। ਪਹੁੰਚੋ, ਆਓ, ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਮੂਹ ਸੰਗਤ ਨੂੰ ਇੱਕ ਵਾਰ ਫਿਰ ਤੋਂ ਜਿਉਂ ਆਇਆਂ ਨੂੰ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।